ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ ਜੋ ਮਹਾਰਾਜ ਨੇ ਸ਼ਾਮ ਦਾ ਸਮਾਂ ਸਾਸੰਗ ਘੜੀਆਂ ਆਪਾਂ ਨੂੰ ਬਖਸ਼ਿਸ਼ ਕੀਤੀਆਂ ਹਨ। ਆਓ ਜੋ ਇਤਿਹਾਸ ਦੀ ਕਥਾ ਲੜੀਵਾਰ ਚੱਲ ਰਹੀ ਹੈ, ਸਤਿਕਾਰਯੋਗ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੁਆਰਾ ਰਚਿਤ ਮਹਾਨ ਇਤਿਹਾਸਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼, ਜਿਸ ਦੀ ਲੜੀਵਾਰ ਕਥਾ ਤਹਿਤ ਉੱਤਰਾਰਧ ਭਾਗ ਵਿੱਚ 59ਵੇਂ ਅਧਿਆਏ ਦੀ ਆਪਾਂ ਕਥਾ ਪੜ੍ਹ ਸੁਣ ਰਹੇ ਹਾਂ। ਜਿੱਥੇ ਜਿੱਥੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਉਹਨਾਂ ਜੋ ਕੁਝ ਸੰਖੇਪ ਗੁਰਸਿੱਖਾਂ ਦਾ ਜੀਵਨ ਦੇ ਰਹੇ ਆ ਗਿਆਨੀ ਜੀ। ਕੱਲ ਜਿਵੇਂ ਗੰਗੂ ਸ਼ਾਹੀਏ ਇਸ ਤਰ੍ਹਾਂ ਇਤਿਹਾਸ ਤੇ ਭਾਈ ਬੈਲੋ ਕੇ ਇਹ ਕਥਾ ਸਰਵਣ ਕੀਤੀ ਹੈ। ਆਓ ਅੱਗੇ ਹੋਰ ਕੁਝ ਬਖਸ਼ਿਸ਼ਾਂ ਜੋ ਕਹਿ ਰਹੇ ਨੇ ਪ੍ਰੇਮ ਤੇ ਸਤਿਕਾਰ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਭਾਈ ਬਹਿਲੋ ਕੀ ਕਹੀ ਕਥਾ ਯਥਾਰਥ ਠੀਕ। ਭਾਈ ਬਹਿਲੋ ਕੀ ਗਿਆਨੀ ਜੀ ਕਹਿੰਦੇ ਭਾਈ ਇਹ ਕਥਾ ਜੋ ਯਥਾਰਥ ਕਥਾ ਹੈ ਉਹ ਅਸੀਂ ਬਿਆਨ ਕੀਤੀ ਹੈ। ਭਾਈ ਮੂਲੇ ਕੀ ਸੁਨੋ ਕਿੰਚਤ ਔਰ ਅਲੀਕ। ਹੁਣ ਕਹਿੰਦੇ ਭਾਈ ਮੂਲੇ ਕਿਆਂ ਦੀ ਕਥਾ ਸੁਣ ਲਵੋ। ਕਿੰਚਤ ਥੋੜਾ ਮਾਤਰ ਹੀ, ਔਰ ਅਲੀਕ ਲੀਕ ਕਹਿੰਦੇ ਨੇ ਦੋਸ਼। ਜਿਵੇਂ ਆਪਾਂ ਕਹਿੰਦੇ ਫਲਾਣੇ ਨੇ ਤਾਂ ਲੀਕ ਲਾਤੀ ਆ, ਆੜਾ ਲੱਗ ਗਿਆ। ਅਲੀਕ ਭਾਵ ਦੋਸ਼ ਤੋਂ ਰਹਿਤ ਪਵਿੱਤਰ ਜੋ ਕਥਾ ਹੈ। ਚੌਪਈ ਬਨੀਆਂ ਏਕ ਬਠਿੰਡੇ ਮਾਹੈ।
ਇਹ ਬਾਣੀਆਂ ਸੀ। ਇੱਕ ਬਠਿੰਡੇ ਦੇ ਵਿੱਚ ਰਤਨ ਸ਼ਾਹ ਰਹਿਤੋ ਥਾ ਚਾਹੈ, ਜੋ ਬੜੇ ਉਤਸ਼ਾਹ ਨਾਲ, ਜਿਹਦਾ ਨਾਂ ਸੀ ਰਤਨ ਸ਼ਾਹ, ਸ਼ਾਹ ਭਾਵ ਸ਼ਾਹੂਕਾਰੀ ਕਰਦਾ ਸੀ, ਬਠਿੰਡੇ ਵਿੱਚ ਰਹਿੰਦਾ ਸੀ। ਇਹ ਬਾਣੀਆਂ ਥਾ ਵਹਿ ਧਨੀ ਭਗਤ ਸਤ ਸੰਗੀ, ਬਹੁਤ ਮਾਇਆ ਵਾਲਾ ਸੀ, ਪਰਮੇਸ਼ਰ ਦਾ ਭਗਤ ਤੇ ਸਾਧੂ ਸੰਤਾਂ ਦਾ ਸਤ ਸੰਗੀ ਸੀ। ਟਹਿਲ ਕਰਤ ਸੰਤਨ ਕੀ ਚੰਗੀ, ਸੰਤ ਪੁਰਸ਼ਾਂ ਦੀ ਸੋਹਣੀ ਭਾਈ ਸੇਵਾ ਟਹਿਲ ਕਰਦਾ ਸੀ। ਸੰਤਤ ਭਈ ਨਾ ਘਰ ਮੈਂ ਤਾਕੈ, ਤੋ ਇਹਦੇ ਘਰ ਸੰਤਾਨ ਨਾ ਹੋਈ। ਭਇਓ ਬ੍ਰਿਧ 70 ਬਰਸਾਂ ਕੈ, 70 ਸਾਲ ਦਾ ਬਜ਼ੁਰਗ ਹੋ ਗਿਆ। 10ਮ ਗੁਰੂ ਜਬ ਤਹਿ ਠਾਂ ਜੈ ਹੈ, ਜਦੋਂ 10ਵੇਂ ਪਾਤਸ਼ਾਹ ਨੇ ਬਠਿੰਡੇ ਜਾ ਕੇ ਕੱਢਿਓ ਕਾਣਾ ਦਿਓ ਤਕੈ ਹੈ, ਕਾਣੇ ਦਿਓ ਨੂੰ ਬਠਿੰਡੇ ਦੇ ਕਿਲੇ ਵਿੱਚੋਂ ਧੱਕੇ ਨਾਲ ਕੱਢਿਆ ਹੈ। ਵੀਚ ਸਰਹੰਦੈ ਦਿਓ ਟਿਕਾਇਓ, ਔਰ ਉਸ ਨੂੰ ਸਰਹੰਦ ਦੇ ਵਿੱਚ ਭਾਈ ਭੇਜ ਦਿੱਤਾ। ਜੋ ਇਤਿਹਾਸ ਮਹਾਰਾਜ ਨੇ ਕਹਿਤਾ ਸੀ, ਚੰਗਾ ਤੂੰ ਸਰਹੰਦ ਚਲਿਆ ਜਾ, ਉਹ ਦਿਓ ਨੂੰ ਸਰਹੰਦ ਟਿਕਾ ਦਿੱਤਾ। ਤਬ ਬਹਿ ਬਨੀਆਂ ਗੁਰ ਢਿਗ ਆਇਓ, ਤਾਂ ਇਹ ਬਾਣੀਆਂ ਰਤਨ ਸ਼ਾਹ ਗੁਰੂ ਮਹਾਰਾਜ ਦੇ ਕੋਲ ਆਇਆ। ਬਾਂਛਿਓ ਸੁਤ ਬਹੁ ਸੇਵ ਕਮਾਈ, ਇਹਨੇ ਪੁੱਤਰ ਦੀ ਚਾਚਨਾ ਕੀਤੀ ਤੇ ਬਹੁਤ ਮਹਾਰਾਜ ਦੀ ਸੇਵਾ ਕੀਤੀ। ਖੁਸ਼ੀ ਹੋਏ ਗੁਰ ਕਹਿਓ ਇਦਾਈ, ਖੁਸ਼ੀ ਹੋ ਕੇ ਫਿਰ ਮਹਾਰਾਜ ਨੇ ਇਸ ਤਰ੍ਹਾਂ ਬਚਨ ਕਰ ਦਿੱਤਾ। ਤੇਰੇ ਜਿਉ ਸੁਫੈਦ ਹੈ ਬਾਲਾ, ਮਹਾਰਾਜ ਕਹਿੰਦੇ ਰਤਨ ਸ਼ਾਹ ਜਿਵੇਂ ਤੇਰੇ ਵਾਲ ਚਿੱਟੇ ਹਨ, ਤਿਉਂ ਹੀ ਬੱਗੀ ਬੋਧੀ ਵਾਲਾ। ਉਸੇ ਤਰ੍ਹਾਂ ਹੀ ਇੱਕ ਬੱਗੀ ਬੋਧੀ ਵਾਲਾ। ਸੁਤ ਤੁਮਰੇ ਘਰ ਮੈਂ ਉਪਜੈ ਹੈ, ਤੇਰੇ ਘਰ ਪੁੱਤਰ ਪੈਦਾ ਹੋਵੇਗਾ। ਸੰਤ ਰੂਪ ਅਜਮਤ ਜੁਤ ਥੈ ਹੈ, ਜਿਹੜਾ ਸੰਤ ਰੂਪ ਕਰਾਮਾਤਾਂ ਸਹਿਤ ਹੋਵੇਗਾ। ਸਫਲਿਓ ਬੈਨ ਐਨ ਗੁਰ ਥੀਓ, ਇਹ ਭਾਈ ਸਤਿਗੁਰਾਂ ਦੇ ਬਚਨ ਐਨ ਸੱਚ ਬੋਲ ਜਿਹੜੇ ਆ ਸੱਚ ਹੋਏ ਹਨ। ਬੱਗੀ ਬੋਧੀ ਯੁਤ ਉਪਜੀਓ, ਤੋ ਬੱਗੀ ਚਿੱਟੀ ਬੋਧੀ ਦੇ ਸਹਿਤ ਪੁੱਤਰ ਪੈਦਾ ਹੋਇਆ। ਸਤ ਨਾਮ ਵਹਿ ਜਪੈ ਜਪਾਵੈ, ਤੇ ਸਤ ਨਾਮ ਜਪਦਾ ਤੇ ਜਪਾਉਂਦਾ। ਭਵੈ ਵਹੀ ਜੋ ਮੁਖੋਂ ਸੁਨਾਵੈ, ਔਰ ਜੋ ਬਚਨ ਮੁਖ ਤੋਂ ਕਹਿੰਦਾ ਸੀ ਉਹ ਪੂਰਾ ਹੋ ਜਾਂਦਾ ਸੀ। ਭਾਈ ਮੂਲਾ ਨਾਮ ਤਾਹੇ ਕੋ, ਉਹਦਾ ਨਾਮ ਫਿਰ ਭਾਈ ਮੂਲਾ ਜੋ ਹੈ। ਬਿਦਤਿਓ ਜਗ ਮੈਂ ਵਲੀ ਚਾਹੇ ਕੋ, ਇਹ ਜਗਤ ਦੇ ਵਿੱਚ ਉਤਸ਼ਾਹ ਸਹਿਤ ਮੂਲਾ ਨਾਮ ਕਰਕੇ ਪ੍ਰਸਿੱਧ ਹੋਇਆ। ਸੇਵਕ ਸਿੱਖ ਜਨ ਤਾਹੇ ਅਪਾਰੀ, ਇਉਂ ਉਹਦੇ ਬਹੁਤ ਸਿੱਖ ਸੇਵਕ ਬਣੇ। ਆਲਾ ਸਿੰਘ ਨ੍ਰਿਪ ਲਓ ਭਏ ਭਾਰੀ, ਇੱਥੋਂ ਤੱਕ ਕਿ ਪਟਿਆਲੇ ਦਾ ਰਾਜਾ ਆਲਾ ਸਿੰਘ ਵੀ ਇਸ ਭਾਈ ਮੂਲੇ ਸੰਤ ਦਾ ਸੇਵਕ ਬਣਿਆ। ਗੰਗਾ ਰਾਮ ਬ੍ਰਾਹਮਣ ਏਕੈ, ਇੱਕ ਗੰਗਾ ਰਾਮ ਬ੍ਰਾਹਮਣ। ਸ਼ਹਿਰ ਸਨਾਮ ਘੇਰ ਸਭ ਬੇਕੈ, ਜੋ ਸੁਨਾਮ ਸ਼ਹਿਰ ਦਾ ਔਰ ਵਿਚਾਰ ਸਹਿਤ ਵਾਲਾ। ਸੇਵਕ ਚੇਲਾ ਬੜ ਤੇ ਥੀਓ, ਇਹ ਫਿਰ ਇਹਦਾ ਅੱਗੇ ਚੰਗਾ ਵੱਡਾ
ਸੇਵਕ ਬਣਿਆ ਚੇਲਾ, ਤਾਂ ਕੋ ਭੀ ਅਜਮਤ ਜੁਤ ਕੀਉ। ਇਹਨੂੰ ਨਾਮ ਜਪਾ ਕੇ ਬੰਦਗੀ ਕਰਵਾਈ। ਗੰਗਾ ਰਾਮ ਨੂੰ ਵੀ ਕਰਾਮਾਤਾਂ ਦੇ ਸਹਿਤ ਕਰ ਦਿੱਤਾ। ਨਿਜ ਗਾਦੀ ਪਰ ਤਾਹੇ ਬਿਠੈ ਹੈ, ਔਰ ਆਪਣੀ ਗੱਦੀ ਦੇ ਉੱਤੇ ਇਸ ਨੂੰ ਬਿਠਾਇਆ। ਭਾਈ ਮੂਲਾ ਗਇਓ ਸਧੈ ਹੈ, ਫਿਰ ਭਾਈ ਮੂਲਾ ਅਕਾਲ ਚਲਾਣਾ ਕਰ ਗਿਆ ਹੈ। ਸ਼ਹਿਰ ਸਨਾਮ ਧਾਮ ਹੈ ਤਾਂ ਕਾ, ਉਹ ਗੰਗਾ ਰਾਮ ਦਾ ਜਿਹੜਾ ਘਰ ਹੈ ਸੁਨਾਮ ਸ਼ਹਿਰ ਦੇ ਵਿੱਚ ਹੈ। ਮੇਲਾ ਭਰਤ ਸੇਵਕਨ ਬਾਂਕਾ, ਸੋਹਣੇ ਸੁੰਦਰ ਇਉਂ ਭਾਈ ਸੇਵਕਾਂ ਸਹਿਤ ਇਹਦਾ ਵੱਡਾ ਸੋਹਣਾ ਮੇਲਾ ਭਰਦਾ ਹੈ। ਮੰਨਤ ਤਾਂ ਕੋ ਲੋਗ ਅਪਾਰੈ, ਬਹੁਤ ਦੁਨੀਆ ਉਸ ਨੂੰ ਮੰਨਦੀ ਹੈ। ਆਬਲੋ ਦੇ ਮਾਲਵ ਦੇਸ਼ ਮਝਾਰੈ, ਹੁਣ ਤੱਕ ਜੋ ਮਾਲਵੇ ਦੇਸ਼ ਦੇ ਵਿੱਚ ਸੰਤਤ ਗੰਗਾ ਰਾਮ ਮਹਿ ਕੇਰੀ। ਅੱਗੇ ਭਾਈ ਇਹ ਗੰਗਾ ਰਾਮ ਦੀ ਅੱਗੇ ਸੰਤਾਨ ਜੋ ਹੈ, ਬਸਤ ਸਨਾਮ ਦਜੇਸ ਬਧੇਰੀ, ਉਹ ਸੁਨਾਮ ਦੇ ਵਿੱਚ ਚੰਗੇ ਬ੍ਰਾਹਮਣਾਂ ਦੇ ਇਹਦੀ ਸੰਤਾਨ ਭਾਈ ਵਸ ਰਹੀ ਹੈ। ਭਾਈ ਮੂਲੇ ਕੇ ਸਦਵੈ ਹੈ, ਇਹ ਆਪਣੇ ਆਪ ਨੂੰ ਭਾਈ ਮੂਲੇ ਕੇ ਸਦਾਉਂਦੇ ਹਨ। ਪੂਜਾ ਮੰਨਤ ਸੋ ਲੈ ਹੈ, ਤੇ ਉਹ ਵੰਸ਼ ਹੀ ਅੱਗੇ ਪੂਜਾ ਮੰਨਤ ਜਿਹੜੀ ਹੈ ਉਹ ਲੈਂਦੀ ਹੈ। ਦੋਹਰਾ ਭਾਈ ਮੂਲੇ ਕੀ ਕਹੀ, ਥੰਮਣ ਸਿੰਘ ਕੀ ਔਰ। ਇਹ ਤਾਂ ਕਹਿੰਦੇ ਭਾਈ ਮੂਲੇ ਕੀ ਅਸੀਂ ਭਾਈ ਕਥਾ ਕਹੀ ਹੈ ਸੰਖੇਪ। ਅੱਗੇ ਇੱਕ ਥੰਮਣ ਸਿੰਘ ਸੀ, ਉਸ ਦੀ ਸੁਣ ਲਵੋ। ਸੁਨੋ ਸਨੈਹੋ ਜਿਉ ਭਈ, ਉਸੀ ਦੇਸ ਮੈਂ ਗੌਰ। ਤੋ ਭਾਈ ਜਿਵੇਂ ਹੋਈ ਹੈ ਉਸੇ ਤਰ੍ਹਾਂ ਤੁਹਾਨੂੰ ਸੁਣਾਉਨੇ ਹਾਂ, ਜੋ ਇਸੇ ਹੀ ਦੇਸ਼ ਵਿੱਚ ਬਹੁਤ ਵੱਡੀ ਕਥਾ। ਚੌਪਈ ਢਿੱਗ ਬਰਨਾਲੇ ਪਿੰਡ ਫਰਵਾਹੀ, ਤੋ ਬਰਨਾਲੇ ਦੇ ਨੇੜੇ ਫਰਵਾਹੀ ਪਿੰਡ ਦੇ ਵਿੱਚ ਥੰਮਣ ਸਿੰਘ ਜੱਟ ਪ੍ਰੇਮੀ ਆਹੀ। ਉਹ ਫਰਵਾਹੀ ਨਗਰ ਦਾ ਇੱਕ ਥੰਮਣ ਸਿੰਘ ਜੱਟ ਪਰਿਵਾਰ ਵਿੱਚੋਂ ਚੰਗਾ ਪ੍ਰੇਮੀ ਸੀ। ਨਿਸ ਦਿਨ ਪੜ੍ਹੈ ਗੁਰੂ ਕੀ ਬਾਣੀ, ਰਾਤ ਦਿਨ ਗੁਰੂ ਕੀ ਬਾਣੀ ਪੜ੍ਹਦਾ ਹੈ। ਸੇਵੈ ਸੰਤਨ ਤਈ ਮਹਾਨੀ, ਤੋ ਇਉਂ ਸੰਤ ਪੁਰਸ਼ਾਂ ਤਈ ਭਾਈ ਬਹੁਤ ਸੇਵਦਾ ਸੇਵਾ ਕਰਦਾ। ਪੜ੍ਹ ਕੇ ਸ਼ਬਦ ਨਾਮ ਗੁਰ ਕੇਰੇ, ਨਾਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹ ਕੇ ਤਾਂ ਕੋ ਥਇਓ ਵਿਰਾਗ ਬਧੇਰੇ। ਇਹਨੂੰ ਬਹੁਤ ਜ਼ਿਆਦੇ ਜੀਵਨ ਵਿੱਚ ਵਿਰਾਗ ਪੈਦਾ ਹੋ ਗਿਆ। ਭਾਰ ਪਬਨ ਕੇ ਦਵਾਦਸ ਸਾਲੈ, ਤਿਉ ਪੈਰਾਂ ਦੇ ਭਾਰ ਇਸਨੇ 12 ਸਾਲ। ਬੈਠ ਰਹਿਓ ਤਪ ਕਰਿਓ ਬਿਸਾਲੈ, ਪੈਰਾਂ ਭਾਰੀ ਬੈਠ ਕੇ 12 ਸਾਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ, ਬਹੁਤ ਵੱਡਾ ਤਪ ਕੀਤਾ। ਪਾਓ ਦੂਧ 8 ਪਹਿਰੈ ਪੀਵੈ, ਪਾਈਆ ਦੁੱਧ 8 ਪਹਿਰਾਂ ਬਾਅਦ ਇਹ ਪੀਂਦਾ ਸੀ। ਅੰਗੀਕਾਰ ਨ ਔਰ ਕਰੀਵੈ, ਹੋਰ ਕੁਝ ਵੀ ਅੰਗੀਕਾਰ ਨਹੀਂ ਸੀ ਕਰਦਾ। ਕਵੀ ਕੋ ਮੂਤ ਪੋਰੀਖ ਤਜੈ ਹੈ, ਇਉਂ ਫਿਰ ਕਈ ਦਿਨਾਂ ਬਾਅਦ ਇਹ ਮਲ ਮੂਤਰ ਜਿਹੜਾ ਸੀ ਉਹ ਤਿਆਗਦਾ ਸੀ, ਕਿਉਂਕਿ ਛਕਦਾ ਛਕਾਉਂਦਾ ਨਹੀਂ ਸੀ ਕੁਝ ਹੋਰ। ਬੈਠੋ ਹੀ ਜਨ ਸਫਾ ਕਰੈ ਹੈ, ਤੇ ਇਹਨੂੰ ਫਿਰ ਜਿਹੜੇ ਸੇਵਕ ਸਨ ਉਹ ਬੈਠੇ ਦੀ ਹੋਈ ਸਾਫ ਸਫਾਈ ਕਰਾ ਦਿੰਦੇ ਸੀ, ਜਾਲ ਪਾਣ ਇਸ਼ਨਾਨ ਵਗੈਰਾ। ਸੀਤ ਵਾਤ ਆਤਪ ਵੱਡ ਸਹੀ, ਠੰਡ ਹਵਾ ਧੁੱਪ
ਬਹੁਤ ਇਹਨੇ ਉਵੇਂ ਹੀ ਬੈਠੇ ਨੇ ਸਹਾਰੀ। ਕੀਨੋ ਤਪ ਅਤ ਉਗਰ ਸਹੀ, ਔਰ ਨਿਸ਼ਚੇ ਸਹਿਤ ਇਸਨੇ ਬਹੁਤ ਇਵੇਂ ਕਠਨ ਤਪ ਕੀਤਾ। ਰਿੱਧ ਸਿੱਧ ਤਾਂ ਕੋ ਫੁਰ ਆਈ, ਤੈਨੂੰ ਰਿੱਧੀਆਂ ਸਿੱਧੀਆਂ ਫੁਰ ਆਈਆਂ। ਮੁਖੋਂ ਕਹੇ ਜੋ ਹੋਵੈ ਸਾਈ, ਜੋ ਮੁਖੋਂ ਕਹਿੰਦਾ ਸੀ ਉਹੀ ਬਚਨ ਸੱਤ ਹੋ ਜਾਂਦਾ ਸੀ। ਜਾਨੂੰ ਚੂਲੇ ਜੁੜ ਤਿਸ ਗਏ, ਇਹਦੇ ਜਿਹੜੇ ਗੋਡੇ ਸਨ ਨਾ ਚੂਲੇ, ਉਹ ਬੈਠੇ ਦੇ ਜੁੜ ਗਏ ਸਨ। ਮਾਲਸ ਕਰ ਲੋਗੋਂ ਭਲ ਕਹੇ, ਫਿਰ ਲੋਕਾਂ ਨੇ ਮਾਲਸਾਂ ਕਰ ਕਰਕੇ ਉਹਨੂੰ ਠੀਕ ਕੀਤਾ। ਸੇਵਕ ਸਿੱਖ ਫੇਰ ਸਰਦਾਰੂ, ਫੇਰ ਭਾਈ ਐਸਾ ਹਾਲ ਹੋਇਆ ਜਿਹੜੇ ਇਹਦੇ ਸੇਵਕ ਸਿੱਖ ਸੀ, ਫਿਰ ਜਿਹੜੇ ਕੁਝ ਸਰਦਾਰ ਵੱਡੇ ਜਿਹੜੇ ਜਗੀਰਦਾਰ ਸਨ ਉਹ ਸੇਵਕ ਬਣ ਗਏ। ਲੱਗੇ ਪਿਲਾਵਨ ਤਾਂ ਕੋ ਦਾਰੂ, ਤੇ ਉਹ ਇਹਨੂੰ ਸ਼ਰਾਬ ਪਿਆਉਣ ਲੱਗ ਪਏ। ਗਾਗਰ ਭਰੀ ਰਹੇ ਢਿਗਤਾ ਹੈ, ਇਹਦੇ ਕੋਲੇ ਗਾਗਰ ਸ਼ਰਾਬ ਦੀ ਹਮੇਸ਼ਾ ਭਰੀ ਰਹਿੰਦੀ ਸੀ। ਨਾਹੇ ਨਖੂਟੀ ਕੋ ਸੋ ਕਦੈ ਹੈ, ਗਿਆਨੀ ਜੀ ਕਹਿੰਦੇ ਉਹ ਕਦੇ ਵੀ ਮੁੱਕਦੀ ਨਹੀਂ ਸੀ। ਮੁਖ ਦੁਆਰਾ ਸੇਵਕ ਲਿਆ ਡਾਰੈ, ਤੇ ਉਹ ਗਾਗਰ ਦੇ ਮੂੰਹ ਰਾਹੀਂ ਸੇਵਕ ਜਿਹੜੇ ਸੀ ਸ਼ਰਾਬ ਲਿਆ ਕੇ ਗਾਗਰ ਚ ਪਾਈ ਜਾਂਦੇ। ਟੂਟੀ ਸੈ ਕੱਢ ਸਕੈ ਅਪਾਰ ਹੈ, ਇੱਕ ਪਾਸੇ ਟੂਟੀ ਲਾਤੀ, ਉੱਥੋਂ ਕੱਢ ਕੱਢ ਕੇ ਬਹੁਤ ਛਕੀ ਜਾਂਦੇ ਪੀ ਜਾਂਦੇ ਸਨ। ਜੋ ਦਰਸ਼ਨ ਕੋ ਤਿਸ ਢਿਗ ਐ ਹੈ, ਜਿਹੜਾ ਵੀ ਕੋਈ ਇਹਦੇ ਦਰਸ਼ਨ ਕਰਨ ਆਉਂਦਾ ਬਿਨਾ ਪਿਲਾਏ ਜਾਨ ਨ ਦੈ ਹੈ, ਤੇ ਬਿਨਾ ਪਿਲਾਏ ਤੋਂ ਇਹੋ ਜਿਹਾ ਕੰਮ ਚੱਲ ਪਿਆ ਵੀ ਸ਼ਰਾਬ ਪਿਆਏ ਬਿਨਾ ਉਹਨੂੰ ਜਾਣ ਨਹੀਂ ਸੀ ਦਿੰਦੇ। ਜੇ ਨਹਿ ਪੀਵੈ ਜਬਰਨ ਪਿਆਵੈ, ਤੇ ਜੇ ਕੋਈ ਨਹੀਂ ਪੀਂਦਾ ਸੀ ਉਹਨੂੰ ਜ਼ਬਰਦਸਤੀ ਪਿਆ ਦਿੰਦੇ ਸਨ। ਤਾਹੇ ਟਹਾਏ ਵਾਹੇ ਮੁਖ ਪਾਵੈ, ਸਗੋਂ ਢਾ ਕੇ ਮੂੰਹ ਵਿੱਚ ਪਾ ਦਿੰਦੇ ਸਨ। ਨਿਸ ਦਿਨ ਆਪ ਸ਼ਰਾਬ ਛਕੈ ਹੈ, ਤੇ ਦਿਨ ਰਾਤ ਫਿਰ ਆਪ ਵੀ ਸ਼ਰਾਬ ਪੀਣ ਲੱਗ ਪਿਆ। ਹੁਣ ਜੋ ਗੁਰੂ ਮਹਾਰਾਜ ਨੇ ਕਿਹਾ ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਪਰ ਅੱਜ ਆਪਾਂ ਵੇਖਦੇ ਹਾਂ ਬਹੁਤ ਜਗ੍ਹਾ ਪੰਜਾਬ ਵਿੱਚ ਵੀ ਹੈਗੀਆਂ ਐਸੀਆਂ ਜਿੱਥੇ ਭਾਈ ਦੁਨੀਆ ਸ਼ਰਾਬ ਚੜਾਉਂਦੀ ਹੈ, ਬੜੀ ਮੰਨਤਾ ਵੀ ਹੁੰਦੀ ਹੈ ਇਹੋ ਜਿਹੇ ਜਗ੍ਹਾਵਾਂ ਦੀ, ਲੇਕਿਨ ਸ਼ਰਾਬ ਪੀਣੀ ਸਿੱਖ ਰਹੁ ਰੀਤਾਂ ਦੇ ਉਲਟ ਹੈ। ਇਸ ਗੱਲ ਨੂੰ ਗੁਰੂ ਘਰ ਵਿੱਚ ਮੰਨਿਆ ਨਹੀਂ ਜਾ ਸਕਦਾ। ਤੋ ਆਪ ਵੀ ਇਹ ਪੀਣ ਲੱਗ ਪਿਆ। ਔਰ ਕਿਛੂ ਨਹਿ ਪੀਵੈ ਖੈ ਹੈ, ਹੋਰ ਕੁਝ ਪੀਂਦਾ ਖਾਂਦਾ ਨਹੀਂ ਸੀ। ਸਿੱਖ ਸਰਦਾਰ ਕਦੀ ਜੇ ਕੋ, ਜੇ ਕੋਈ ਸਿੱਖ ਸਰਦਾਰ ਭਾਵ ਜਿਹੜੇ ਵੱਡੇ ਜਗੀਰਦਾਰ ਸਨ ਨਾ, ਉਹ ਜੇ ਕਿਤੇ ਕੋਈ ਥਾਲ ਲਗਾਈ ਲਿਆਵੈ ਜੋ, ਜੇ ਕੋਈ ਉਹਨੂੰ ਥਾਲ ਲਾ ਕੇ ਲਿਆਉਂਦਾ ਸੀ। ਕੇਰ ਛਕ ਜਰੀ ਕਤਰੀ ਮਹਾਪੁਰਸ਼ਾਦੈ, ਥੋੜਾ ਜਿਹਾ ਜਿਹੜਾ ਸੀ ਇਹ ਮਹਾਪ੍ਰਸ਼ਾਦ ਹੈ, ਮਾਸ ਵੀ ਖਾਣ ਲੱਗ ਗਿਆ ਸੀ, ਤੇ ਉਹ ਥੋੜਾ ਜਿਹਾ ਘੇਰ ਛਕੈ ਲਹਿ ਔਰ ਨ ਸਵਾਦੈ, ਥੋੜਾ ਜਿਹਾ ਖਾ ਲੈਂਦਾ ਸੀ। ਭਾਵ ਜਾਂ ਮਹਾਪ੍ਰਸ਼ਾਦ ਦੀ ਤਰੀ ਮਾਸ ਦੀ ਮੀਟ ਦੀ ਉਹ ਖਾ ਲੈਂਦਾ, ਹੋਰ ਨਹੀਂ ਸੀ। ਜੈਸ ਦੇਵ ਕੋ ਭੋਗ ਲਗਾਵੈ, ਤੇ ਫਿਰ ਜਿਵੇਂ ਦੇਵਤੇ ਨੂੰ ਦੁਨੀਆ ਭੋਗ ਲਵਾਉਂਦੀ ਹੈ, ਤਿਮ ਧਰ ਆਗੇ ਚਾਹੇ ਲਜਾਵੈ, ਇਉਂ ਲੋਕੀ ਇਹਦੇ ਅੱਗੇ ਰੱਖ ਦਿੰਦੇ ਸੀ। ਇਹ ਥੋੜਾ ਜਿਹਾ ਖਾ ਕੇ ਬਾਕੀ ਫਿਰ ਉਹ ਥਾਲ ਚੁੱਕ ਕੇ ਲੈ ਜਾਂਦੇ ਸਨ। ਸੀਤ ਪ੍ਰਸਾਦ ਤਾਹੇ ਕਾ ਜੋ, ਇਹਦਾ ਜੋ ਸੀਤ ਪ੍ਰਸਾਦ ਸੀ
ਛਕੈ ਨਾਰ ਸੁਤ ਜੁਤ ਹੈ ਸੋ। ਜੋ ਵੀ ਭਾਈ ਇਸਤਰੀ ਛਕਦੀ ਪੁੱਤਰ ਸਹਿਤ ਹੋ ਜਾਂਦੀ, ਇਹੋ ਜਿਹੀ ਲੋਕਾਂ ਵਿੱਚ ਇਹਦੀ ਮੰਨਤਾ ਹੋ ਗਈ। ਰੋਗੀ ਰੋਗ ਅਨੇਕ ਪ੍ਰਹਾਰੈ, ਅਨੇਕਾਂ ਰੋਗੀਆਂ ਦੇ ਰੋਗ ਦੂਰ ਹੋਣੇ। ਜਾਂ ਤੈ ਚਰਚਾ ਚੱਲੀ ਅਪਾਰੈ। ਗਿਆਨੀ ਜੀ ਕਹਿੰਦੇ ਇਹ ਵੀ ਭਾਈ ਇਹਨਾਂ ਗੱਲਾਂ ਦੀ ਵੀ ਬਹੁਤ ਚਰਚਾ ਚੱਲੀ ਸੀ। ਲੋਗ ਬੇਅੰਤ ਕਾਮਨਾ ਵਾਰੈ, ਤੇ ਬਹੁਤ ਲੋਕ ਕਾਮਨਾ ਵਾਲੇ। ਐ ਸੋ ਦਹਿ ਬਹੁ ਗਾਰੈ, ਇਹਦੇ ਕੋਲੇ ਆਉਂਦੇ ਤੇ ਕਿ ਸੀ ਕਿ ਗਾਲਾਂ ਬਹੁਤ ਕੱਢਦਾ ਸੀ। ਪੈ ਸ਼ਰਾਬ ਸਭ ਹੀ ਕੋ ਪਿਆਵੈ, ਪਰ ਸ਼ਰਾਬ ਸਾਰਿਆਂ ਨੂੰ ਪਿਆਉਂਦਾ ਸੀ। ਖੁਸ਼ੀ ਹੋਏ ਜੇ ਛੀਤ ਛਕਾਵੈ, ਤੇ ਲੋਕ ਵੀ ਫਿਰ ਉਹੇ ਜਿਹੀ, ਕਿਉਂਕਿ ਜਿਸ ਤਰ੍ਹਾਂ ਦੇ ਕਿਸੇ ਜਗ੍ਹਾ ਤੇ ਜਾਣਾ ਹੈ ਉਹੇ ਜਿਹੀ ਦੁਨੀਆ ਜਾਂਦੀ ਹੈ। ਹੁਣ ਜਿੱਥੇ ਸ਼ਰਾਬ ਚੜ੍ਹਦੀ ਉੱਥੇ ਸ਼ਰਾਬ ਪੀਣ ਵਾਲੇ ਉੱਥੇ ਨੂੰ ਜਾਂਦੇ ਆ। ਉਹ ਅੱਡ ਅੱਡ ਗਾਹਕ ਹੈ ਦੁਨੀਆ ਨੂੰ, ਕੋਈ ਅੰਮ੍ਰਿਤ ਦੇ ਗ੍ਰਾਹਕ ਨਹੀਂ, ਕੋਈ ਸ਼ਰਾਬ ਦੇ। ਉਹ ਗੱਲ ਵੱਖਰੀ ਹੈ ਵੀ ਅੰਮ੍ਰਿਤ ਦੇ ਗ੍ਰਾਹਕ ਥੋੜੇ ਆ, ਉੱਥੇ ਫਿਰ ਇਸ਼ਤਿਹਾਰਬਾਜ਼ੀ ਕਰਨੀ ਪੈਂਦੀ ਹੈ। ਭਾਈ ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾਉਣਾ ਹੈ, ਛਕ ਲਓ, ਵੀ ਕੋਈ ਨ ਤਰਦਾ ਹੈ। ਇਹ ਹੈਗੀ ਆ ਉੱਤਮ ਵਸਤੂ। ਇਹ ਤਾਂ ਜਿਹੜੀ ਮਹਾਨਤਾ ਹੈ ਨਾ, ਇਸ ਕਰਕੇ ਇਹਦੇ ਵਿੱਚ ਗ੍ਰਾਹਕ ਵੀ ਥੋੜੇ, ਤੇ ਜਿਹਦਾ ਪ੍ਰਚੂਨ ਮਾਲ ਹੁੰਦਾ ਹੈ ਉਹਦੇ ਗ੍ਰਾਹਕ ਬਹੁਤੇ ਹੁੰਦੇ ਆ। ਇਸ ਤਰ੍ਹਾਂ ਜਗਤ ਦੇ ਵਿੱਚ ਇਹੋ ਜਿਹੇ ਕੰਮ ਚੱਲ ਪਏ। ਐ ਸੋ ਦਹਿ ਬਹੁ ਗਾਰੈ, ਜਿਹੜੇ ਲੋਕ ਇਹਦੇ ਕੋਲ ਆਉਂਦੇ ਸੀ ਇਹ ਗਾਲਾਂ ਬਹੁਤ ਦਿੰਦਾ ਸੀ। ਪੈ ਸ਼ਰਾਬ ਸਭ ਹੀ ਕੋ ਪਿਆਵੈ, ਪਰ ਸ਼ਰਾਬ ਸਭ ਨੂੰ ਪਿਆਉਂਦਾ ਸੀ। ਖੁਸ਼ੀ ਹੋਏ ਜੇ ਸੀਤ ਛਕਾਵੈ, ਇਉਂ ਜੀ ਤੇ ਖੁਸ਼ ਹੋ ਜਾਂਦਾ, ਉਹਨੂੰ ਆਪਣਾ ਸੀਤ ਝੂਠ ਵੀ ਛਕਾਉਂਦਾ ਸੀ। ਹੋਏ ਕਾਮਨਾ ਤਾਂ ਕੀ ਪੂਰਨ, ਇਹ ਗੱਲ ਬੜੀ ਮਸ਼ਹੂਰ ਸੀ ਕਿ ਫਿਰ ਉਹਦੀ ਕਾਮਨਾ ਪੂਰੀ ਹੋ ਜਾਂਦੀ ਸੀ। ਮੱਚੀ ਧੂਮ ਜਗ ਮਹਿ ਤੇ ਤੂਰਨ, ਛੇਤੀ ਹੀ ਇਹਨਾਂ ਗੱਲਾਂ ਦੀ ਜਗਤ ਦੇ ਵਿੱਚ ਮਸ਼ਹੂਰੀ ਹੋ ਗਈ। ਕਰਮ ਸਿੰਘ ਪਟਲੇਸ ਨਰੇਸੈ, ਤੇ ਪਟਿਆਲੇ ਦਾ ਰਾਜਾ ਸੀ, ਰਾਜਾ ਕਰਮ ਸਿੰਘ। ਪਾਸ ਮੁਸਾਹਿਬ ਬਨੀਆਂ ਬੇਸੈ, ਉਹਦੇ ਕੋਲੇ ਇੱਕ ਅਹਿਲਕਾਰ ਰਹਿੰਦਾ ਸੀ। ਪਟਿਆਲੇ ਦੇ ਰਾਜੇ ਕੋਲੇ ਬਾਣੀਆਂ ਸੀ ਇੱਕ। ਥਾ ਇਨ ਢਿੱਗ ਸੋ ਪਹੁੰਚੋ ਆਈ, ਉਹ ਇੱਕ ਤੇ ਇਉਂ ਕਹੇ ਕਹਾਇਆ ਲੋਕਾਂ ਤੋਂ ਸੁਣਿਆ ਸੁਣਾਇਆ ਕੋਈ ਇੱਛਾ ਸੀ ਮਨ 'ਚ, ਉਹ ਵੀ ਇਹਦੇ ਕੋਲ ਆ ਪਹੁੰਚਿਆ ਥੰਮਣ ਸਿੰਘ ਕੋਲੇ। ਜਬਰਨ ਢਾਹੇ ਸ਼ਰਾਬ ਪਿਲਾਈ, ਤੇ ਇੱਥੇ ਹੁਣ ਉਹੀ ਕੰਮ ਦਾ ਤੇ ਇਹਨਾਂ ਨੇ ਜ਼ਬਰਦਸਤੀ ਢਾਇਆ। ਉਹ ਨਹੀਂ ਪੀਂਦਾ ਸੀ ਤੇ ਢਾਹ ਕੇ ਉਹਨੂੰ ਸ਼ਰਾਬ ਪਿਆਤੀ। ਕਰੀ ਬਖੀਲੀ ਨ੍ਰਿਪ ਪੈ ਜਾਈ, ਤੇ ਇਸ ਤਰ੍ਹਾਂ ਫਿਰ ਇਹ ਗੱਲ ਦੀ ਚੁਗਲੀ ਹੋ ਗਈ। ਰਾਜੇ ਨੂੰ ਪਤਾ ਲੱਗ ਗਿਆ, ਰਾਜਾ ਅਮਰ ਸਿੰਘ ਨੂੰ। ਰਾਜੇ ਦੇ ਕੋਲੇ ਜਾ ਕੇ ਦੱਸਦਾ ਕਿਸੇ ਨੇ, ਤੇਰੇ ਅਹਿਲਕਾਰ ਨੇ ਤਾਂ ਐਂ ਕੀਤੀ ਉੱਥੇ। ਤਿਸ ਦੂਤੀ ਲੂਤੀ ਬਹੁ ਲਾਈ, ਉਹ ਜਿਹੜਾ ਚੁਗਲੀ ਕਰਨ ਵਾਲਾ ਸੀ ਉਹਨੇ ਸਾਰੀ ਗੱਲ ਉੱਥੇ ਪਹੁੰਚਦੀ ਕਰ ਦਿੱਤੀ। ਨ੍ਰਿਪ ਨੇ ਤਿਸ ਕੋ ਪਕੜ ਮੰਗਾਇਓ, ਫਿਰ ਪਟਿਆਲੇ ਦੇ ਰਾਜੇ ਨੇ ਆਰਡਰ ਕੀਤਾ ਵੀ ਇਹਨੂੰ ਗ੍ਰਿਫਤਾਰ ਕਰਕੇ ਲਿਆਓ ਜਿਹੜਾ ਇਹ ਕੁਛ ਕਰਦਾ ਹੈ। ਭਾਵੀ ਨੇ ਇਨਸਾਫ ਭੁਲਾਇਓ, ਤੋ ਭਾਵੀ ਨੇ ਇਨਸਾਫ ਹੀ ਭੁਲਾ ਦਿੱਤਾ। ਪਾਂਚ ਸਿੰਘ ਜੋ ਥੇ ਤੇ ਸੰਗੈ, ਪੰਜ ਇਹਦੇ ਨਾਲ ਹੋਰ ਸੀ ਸਿੰਘ ਜਿਹੜੇ ਮੰਨਣ ਵਾਲੇ ਸਨ ਇਹਦੇ ਨਾਲ, ਜੋ ਤਿੰਨ ਕੇ ਨੱਕ ਹੱਥ ਕੱਟੇ ਕੁਟੰਗੈ, ਉਹਨਾਂ ਦੇ ਵੀ ਉਹ ਨੱਕ ਹੱਥ ਬਹੁਤ ਮਾੜੇ ਤਰੀਕੇ ਨਾਲ ਸਜ਼ਾ ਮਿਲੀ, ਕੱਟੇ ਗਏ। ਇੱਕ ਹੱਥ ਜੀਵ ਸੰਤ ਕਟਵਾਈ, ਤੇ ਇੱਕ ਹੱਥ ਜੀਵ ਤੇ ਇਸ ਥੰਮਣ ਸਿੰਘ ਦੀ ਵੀ ਕਟਵਾਈ ਗਈ। ਥੰਮਣ ਸਿੰਘ ਨੱਕ ਬੱਟਿਓ ਨਰਾਈ, ਤੇ ਇੱਕ ਵਾਰੀ ਤਾਂ
ਥੰਮਣ ਸਿੰਘ ਨੱਕ ਵੱਟ ਗਿਆ। ਬੋਲਿਓ ਸਿੰਘ ਏਕ ਬਿਰ ਏਹੀ। ਇੱਕ ਵਾਰੀ ਹੋਈ ਥੰਮਣ ਸਿੰਘ ਇਸ ਤਰ੍ਹਾਂ ਬੋਲਿਆ। ਕਾਟੀ ਨਿਜ ਆਜੂ ਨ੍ਰਿਪ ਨੇਹੀ। ਹੁਣ ਇਹ ਜਿਹੜੀਆਂ ਹੁੰਦੀਆਂ ਨੇ ਰਿੱਧੀ ਸਿੱਧੀ ਉਹ ਪ੍ਰਾਪਤ ਕਰ ਲੈਂਦੇ ਨੇ ਕੋਈ ਇਸ ਤਰ੍ਹਾਂ ਕਠਨ ਕਰਕੇ। ਗੁਰਮਤ ਦੇ ਵਿੱਚ ਤਾਂ ਇਹ ਹੈ ਕਿ ਰਿੱਧ ਸਿੱਧ ਮੋਹ ਪੈ ਜਾਂਦਾ, ਫਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਤਰ੍ਹਾਂ ਦੀ ਰਿੱਧੀ ਸਿੱਧੀ ਸੀ। ਕਹਿੰਦਾ ਰਾਜੇ ਨੇ ਆਪਣੀ ਉਮਰ ਹੀ ਕੱਟ ਲਈ। 2 ਮਾਸ ਅੰਦਰ ਸੋ ਹੋਈ। ਤੋ 2 ਮਹੀਨਿਆਂ ਦੇ ਅੰਦਰ ਫਿਰ ਐਸਾ ਹੋਇਆ। ਸੁਰਪੁਰ ਗਇਓ ਨ੍ਰਿਪ ਤਨ ਖੋਈ। ਕਈ ਵਾਰ ਗੱਲਾਂ ਐਸੀਆਂ ਜੁੜ ਜਾਂਦੀਆਂ, ਕੁਦਰਤੀ ਵੀ ਮੌਤ ਹੋ ਸਕਦੀ ਹੈ ਉਹਦੀ, ਰਾਜੇ ਦੀ, ਪਰ ਉਹ ਗੱਲ ਫਿਰ ਨਾਲ ਜੁੜ ਗਈ ਵੀ ਆਹ ਦੇਖ ਲਓ ਥੰਮਣ ਸਿੰਘ ਨੇ ਇਹ ਕੀਤਾ ਸੀ ਇਹਨੇ। ਉਹ 2 ਮਹੀਨੇ ਬਾਅਦ ਰਾਜਾ ਵੀ ਸਰੀਰ ਛੱਡ ਕੇ ਸੁਰਪੁਰੀ ਚਲਿਆ ਗਿਆ। ਪੈ ਥੰਮਣ ਸਿੰਘ ਰੀਤੀ ਬੋਹੀ। ਪਰ ਥੰਮਣ ਸਿੰਘ ਨੇ ਉਹੀ ਰੀਤੀ ਰਾਖੀ ਸਦਾ ਪੁਰਾ ਥੀ ਜੋਹੀ। ਜਿਹੜੀ ਪਹਿਲਾਂ ਸੀ ਉਹੇ ਜਿਹੀ ਉਵੇਂ ਹੀ ਹਾਲ ਰੱਖਿਆ। ਕਿੰਚਤ ਥੁਥਲਾ ਬੋਲਤ ਸੋ। ਹੁਣ ਉਹ ਜੀਭ ਕੱਟਣ ਕਰਕੇ ਥੋੜਾ ਜਿਹਾ ਥੁਥਲਾ ਬੋਲਦਾ ਸੀ। ਹਾਥ ਕੱਟਿਓ ਨਿਰਖੇ ਹਮ ਲੋ। ਤੇ ਹੱਥ ਕੱਟਿਆ ਤਾਂ ਗਿਆਨੀ ਜੀ ਕਹਿੰਦੇ ਭਾਈ ਇਹ ਗੱਲਾਂ ਅਸੀਂ ਆਪ ਵੇਖੀਆਂ ਹਨ ਨੇਤਰਾਂ ਨਾਲ। ਚੱਲੈ ਮੰਜੇ ਕੀ ਅਸਵਾਰੀ। ਜਦੋਂ ਚੱਲਦਾ ਸੀ ਕਿਸੇ ਪਾਸੇ ਜਾਂਦਾ ਸੀ, ਮੰਜੇ ਤੇ ਬਹਿ ਕੇ 4 ਜਾਣੇ ਚੁੱਕ ਕੇ ਲੈ ਕੇ ਜਾਂਦੇ ਸੀ, ਮੰਜੇ ਦੀ ਸਵਾਰੀ ਕਰਦਾ। ਪੈਂਚਨ ਤੈ ਚੁੱਕ ਵਹਿ ਹੈ ਉਦਾਰੀ। ਇਲਾਕੇ 'ਚ ਚੇਲੇ ਨੇ ਬਣ ਗਏ ਚੰਗੇ ਚੰਗੇ ਸ੍ਰੇਸ਼ਟ, ਪੈਂਚਾਂ ਤੋਂ ਵੀ ਆਪਦੀ ਸਵਾਰੀ ਚੁਕਾਉਂਦਾ ਸੀ। ਖੁਸ਼ੀ ਸਾਥ ਬਹੁ ਲੋਗ ਚੁਕੈ ਹੈ। ਤੇ ਲੋਕ ਬੜੀ ਖੁਸ਼ੀ ਨਾਲ ਇਹਦਾ ਹੀ ਮੰਜਾ ਚੁੱਕਦੇ ਸੀ। ਏਕ ਪਿੰਡ ਤੈ ਦੁਤੀ ਪੁਚੈ ਹੈ। ਇੱਕ ਪਿੰਡ ਤੋਂ ਦੂਜੇ ਪਿੰਡ ਪਹੁੰਚਾ ਦਿੰਦੇ ਸੀ। 1911 ਮੈਂ ਤਾ ਹੈ। 1911 ਬਿਕਰਮੀ ਸੰਮਤ ਦੇ ਵਿੱਚ ਬਛੋਆਣੇ ਪਿੰਡ ਢਿੱਗ ਜਾ ਹੈ। ਤੋ ਬਛੋਆਣੇ ਪਿੰਡ ਦੇ ਕੋਲ ਜਾ ਕੇ ਗੰਦੀ ਜਗ੍ਹਾ ਮੰਚ ਉਤਰਾਇਓ। ਗੰਦੀ ਜੀ ਜਗ੍ਹਾ ਤੇ ਇਹਨੇ ਪਲੰਗ ਉਤਰਾ ਲਿਆ। ਆਏ ਪੈਂਚ ਮਿਲਣ ਉਨ ਗਾਇਓ। ਤੇ ਜਿਹੜੇ ਪੈਂਚ ਮਿਲਣ ਆਏ ਉਹਨਾਂ ਕਿਹਾ ਮਹਾਰਾਜ ਇਹ ਗੰਦੀ ਜਗ੍ਹਾ। ਕਹਿੰਦੇ ਇਹਨੂੰ ਮਹਾਰਾਜ ਕਹਿੰਦੇ ਸੀ, ਕਹਿੰਦੇ ਜੀ ਇਹ ਗੰਦੀ ਜਗ੍ਹਾ ਹੈ। ਠਹਿਰਨ ਜੋਗ ਨ ਤੁਮੈ ਸੁਭਾਗਾ। ਤੁਹਾਡੇ ਚੰਗੇ ਭਾਗਾਂ ਵਾਲਿਆਂ ਵਾਸਤੇ ਇਹ ਜਗ੍ਹਾ ਠਹਿਰਨ ਯੋਗ ਨਹੀਂ ਹੈ। ਥੰਮਣ ਸਿੰਘ ਸਾਧ ਏਮ ਬੋਲਾ। ਇਹ ਸਾਧ ਥੰਮਣ ਸਿੰਘ ਇਸ ਤਰ੍ਹਾਂ ਬੋਲਿਆ। ਇਹਾਂ ਮੰਦਰ ਬਣੇ ਅਮੋਲਾ। ਕਹਿੰਦੇ ਇੱਥੇ ਬਹੁਤ ਵੱਡਾ ਮੰਦਰ ਬਣੂਗਾ। 1 ਕਰੋੜ ਈਂਟ ਜਿਹੇ ਲੱਗ ਹੈ। 1 ਕਰੋੜ ਇੱਟ ਕਹਿੰਦਾ ਇੱਥੇ ਲੱਗੇਗੀ। ਮੰਨਤ ਕਰੈ ਅਧਿਕ ਮਮ ਜਗ ਹੈ। ਤੇ ਮੇਰੀ ਜਗਤ ਬਹੁਤ ਮੰਨਤਾ ਕਰੂਗਾ। ਇਮ ਕਹਿ ਤਨ ਤ੍ਰਿਣ ਜਿਉ ਤਹਿ ਛੋਰਾ। ਇਸ ਤਰ੍ਹਾਂ ਕਹਿ ਕੇ ਫਿਰ ਇਹਨੇ ਆਪਣਾ ਉੱਥੇ ਸਰੀਰ ਛੱਡਿਆ। ਆਪ ਮੰਦਰ ਬਨ ਵੱਡ ਬਨਿਓ ਬਹੋਰਾ। ਗਿਆਨੀ ਜੀ ਕਹਿੰਦੇ ਹੁਣ ਭਾਈ ਬਾਅਦ ਵਿੱਚ ਉਹ ਮੰਦਰ ਬਹੁਤ ਵੱਡਾ ਬਣ ਗਿਆ। ਈਂਟ 50 ਲੱਖ ਤੋਂ ਲਾਗੀ। ਜਿਉਂ ਗਿਆਨੀ ਜੀ ਇਤਿਹਾਸ ਲਿਖਦੇ ਕਹਿੰਦੇ ਹੁਣ ਤੱਕ 50 ਲੱਖ ਇੱਟ ਤਾਂ ਲੱਗ ਚੁੱਕੀ ਹੈ। ਬਾਕੀ ਲਾਗਤ ਜੈ ਹੈ ਆਗੀ। ਬਾਕੀ ਅੱਗੇ ਹੋਰ ਵੀ ਲੱਗੀ ਜਾਂਦੀ ਹੈ, ਲੱਗ ਜਾਵੇਗੀ। ਮੇਲਾ ਮਾਘੀ ਕਾ ਵੱਡ ਭਰ ਹੈ। ਤੇ ਮਾਘੀ ਦਾ ਮੇਲਾ ਬਹੁਤ ਵੱਡਾ ਭਰਦਾ ਹੈ। ਭੇਟ ਰੁਪਈਆ ਸੈਂਕੜਿਓਂ ਚੜ ਹੈ। ਸੈਂਕੜੇ ਰੁਪਈਏ ਭੇਟਾ ਚੜ੍ਹਦੇ ਹਨ। ਸੇਵਕ ਸਿੱਖ ਹਜ਼ਾਰੋਂ ਥੈ ਹੈ। ਹਜ਼ਾਰਾਂ ਇਹਨਾਂ ਦੇ ਸਿੱਖ ਸੇਵਕ ਵੀ ਬਣੇ। ਦਿਨ ਦਿਨ ਮੰਨਤ ਅਧਿਕ ਵਢੈ ਹੈ। ਕਹਿੰਦੇ ਦਿਨੋਂ ਦਿਨ ਇਹਦੀ ਬੜੀ ਮੰਨਤਾ ਵਧੀ ਜਾਂਦੀ ਹੈ। ਦੋਹਰਾ ਸਾਧੂ ਥੰਮਣ ਸਿੰਘ ਕੀ।
ਜਥਾ ਜੋਗ ਇਹੋ ਗਾਥ। ਇਹ ਸੀ ਸਾਧੂ ਥੰਮਣ ਸਿੰਘ ਦੀ ਜਿਹੋ ਜੀ ਸੱਚ ਸੀ ਗੱਲ। ਗਿਆਨੀ ਜੀ ਕਹਿੰਦੇ ਭਾਈ ਉਹ ਅਸੀਂ ਕਥਾ ਦੱਸਦੀ, ਭਾਵ ਨਿਰਪੱਖ ਕਥਾ ਹੈ ਇਹ। ਉਹ ਹੁਣ ਸਰੋਤਾਗਣ ਸੋਚੇ ਮਾੜਾ ਕੀ ਹੈ ਚੰਗਾ ਕੀ ਹੈ। ਲਿਖਣ ਵਾਲੇ ਨੇ ਤਾਂ ਜਿਹੜੀਆਂ ਗੱਲਾਂ ਹੁੰਦੀਆਂ ਉਵੇਂ ਇੰਨ ਬਿੰਨ ਲਿਖ ਦੇਣੀਆਂ ਹੁੰਦੀਆਂ ਨੇ। ਕਈ ਵਾਰ ਹੁੰਦਾ ਵੀ ਇਹਦੀ ਲੋੜ ਕੀ ਸੀ ਇਤਿਹਾਸ ਵਿੱਚ ਲਿਖਣ ਦੀ। ਇਹ ਤਾਂ ਗੁਰਮੁਖੋ ਫਿਰ ਜਦੋਂ ਜਿਹੜਾ ਲਿਖਾਰੀ ਹੈ ਜਦੋਂ ਗ੍ਰੰਥ ਲਿਖਦਾ ਪਹਿਲਾਂ ਦੇਖੋ ਗੁਰੂ ਕਾ ਇਤਿਹਾਸ ਫਿਰ ਸਿੱਖਾਂ ਨੇ, ਉਸ ਤੋਂ ਬਾਅਦ ਵੀ ਕਿਵੇਂ ਕਿਵੇਂ ਭਾਵੇਂ ਉਹ ਬਾਅਦ ਵਿੱਚ ਜੀਵਨ ਕਿਸ ਤਰ੍ਹਾਂ ਦਾ ਵੀ ਹੋ ਗਿਆ। ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਪੜ੍ਹ ਕੇ ਬਰਾਗ ਹੋਇਆ, ਤਪ ਕਰਦਾ ਰਿਹਾ, ਰਿੱਧੀ ਸਿੱਧੀ ਮਿਲ ਗਈ। ਮਗਰੋਂ ਉਹ ਦੱਸਿਆ ਭਾਵ ਬਈ ਸ਼ੁਰੂਆਤ ਕਿਵੇਂ ਹੋਈ ਉਹਦੀ ਤੇ ਮਗਰੋਂ ਕੰਮ ਕੀ ਕਰਨ ਲੱਗ ਗਿਆ। ਇਹ ਭਾਵ ਹੈ ਗਿਆਨੀ ਜੀ ਦੇ ਦੱਸਣ ਦਾ। ਤੋ ਸਾਧੂ ਥੰਮਣ ਸਿੰਘ ਕੀ ਜਥਾ ਜੋਗ ਇਹੋ ਗਾਥ। ਇਹ ਭਾਈ ਜਥਾ ਜੋਗ ਜੋ ਕਥਾ ਹੈ, ਕਥੀ ਗਿਆਨ ਸਿੰਘ ਖੁਦ ਪਿਖੀ, ਧੰਨ ਪੰਥ ਮਮ ਨਾਥ। ਇਹ ਕਹਿੰਦੇ ਵੇ ਕਥਨ ਕੀਤੀ ਹੈ ਗਿਆਨੀ ਗਿਆਨ ਸਿੰਘ ਜੀ, ਕਹਿੰਦੇ ਜੋ ਮੈਂ ਖੁਦ ਵੇਖੀ ਹੈ ਗੱਲ। ਪਰ ਅੱਗੇ ਦੇਖੋ ਕਿੰਨੀ ਉੱਤਮ ਗੱਲ ਕਹਿਤੀ ਨਾਲ ਹੀ, ਧੰਨ ਪੰਥ ਮਮ ਨਾਥ। ਪਰ ਕਹਿੰਦੇ ਮੇਰੇ ਮਾਲਕ ਕਲਗੀਧਰ ਦਾ ਜਿਹੜਾ ਪੰਥ ਹੈ ਉਹ ਅਸਲ ਮਹਾਨ ਹੈ, ਧੰਨ ਹੈ। ਇਹ ਭਾਵ ਹੈ ਵੀ ਇਹ ਤਾਂ ਮੈਂ ਛੋਟੇ ਛੋਟੇ ਪੰਥਾਂ ਦੀਆਂ ਵਿੱਚ ਗੱਲਾਂ ਹੋਰ ਦੱਸਦੀਆਂ, ਪਰ ਜੋ ਭਾਈ ਕਲਗੀਧਰ ਦਾ ਪੰਥ ਹੈ ਨਾ ਇਹ ਮਹਾਨ ਹੈ। ਤੌਰ ਏਸ ਹੀ ਔਰ ਬਹੁ ਗੁਰਸਿੱਖ ਹੈ ਬਹੁ ਥਾਈ। ਇਸੇ ਤਰ੍ਹਾਂ ਕਹਿੰਦੇ ਹੋਰ ਵੀ ਬੜੇ ਗੁਰਸਿੱਖ ਨੇ ਬਹੁਤ ਜਗ੍ਹਾ ਤੇ। ਪ੍ਰਗਟ ਅਦਕ ਜਹਾਨ ਮੈਂ ਪੂਜੈ ਦੂਜ ਸਸ ਭਾਈ। ਜੋ ਜਗਤ ਵਿੱਚ ਬਹੁਤ ਪ੍ਰਗਟ ਨੇ ਭਾਈ ਦੂਜ ਦੇ ਚੰਦਰਮਾ ਵਾਂਗੂ ਜਿਨ੍ਹਾਂ ਨੂੰ ਪੂਜਿਆ ਜਾਂਦਾ ਹੈ। ਕਥਾ ਉਨੋਂ ਕੀ ਜਥਾ ਰਥ ਤਵਾਰੀਖ ਵਿੱਚ ਆਏ। ਉਹਨਾਂ ਦੀ ਯਥਾਰਥ ਕਥਾ ਜਿਹੜੀ ਹੈ ਉਹ ਤਵਾਰੀਖ ਗ੍ਰੰਥ ਦੇ ਵਿੱਚ, ਜਿਹੜਾ ਤਵਾਰੀਖ ਲਿਖਿਆ ਗਿਆਨੀ ਜੀ ਨੇ ਉਹਦੇ ਵਿੱਚ ਕਹਿੰਦੇ ਆਵੇਗੀ। ਗ੍ਰੰਥ ਵੱਢਣ ਡਰ ਧਰ ਰਿਦੇ ਇਹਾਂ ਬਖਾਨੀ ਨਾਹੀ। ਸੋ ਇਹ ਤਾਂ ਕਹਿੰਦੇ ਥੋੜਾ ਟੂਕ ਮਾਤਰ ਗੱਲ ਕਹਿਤੀ ਸਮਾਪਤੀ ਕਰਦਿਆਂ ਕਰਕੇ। ਇਸ ਤਰ੍ਹਾਂ ਦਾ ਫਿਰ ਇਹ ਗ੍ਰੰਥ ਕਹਿੰਦੇ ਅਸੀਂ ਇਹ ਤਾਂ ਲਿਖਣਾ ਤਾਂ ਹੁਣ ਗੁਰੂ ਕਾ ਤੇ ਸਿੱਖਾਂ ਦਾ ਇਤਿਹਾਸ ਸੀ, ਇਸ ਕਰਕੇ ਗ੍ਰੰਥ ਵਧਣ ਦੇ ਡਰ ਤੋਂ ਇੱਥੇ ਫਿਰ ਬਹੁਤਿਆਂ ਨਹੀਂ ਕਈਆਂ ਹਨ। ਨਾਮ ਪੰਥ ਪ੍ਰਕਾਸ਼ ਲਖ ਇਸ ਗ੍ਰੰਥ ਕਾ ਜਾਨ। ਤੋ ਇਸ ਗ੍ਰੰਥ ਦਾ ਨਾਮ ਜਿਹੜਾ ਹੈ ਪੰਥ ਪ੍ਰਕਾਸ਼, ਇਹ ਜਾਣ ਕੇ ਇਸ ਗ੍ਰੰਥ ਦਾ ਨਾਮ ਵਰਣਨ ਕਰ ਗੁਰ ਪੰਥ ਸਭ ਧਿਆਈ ਇਤੀ ਭਇਓ ਮਾਨ। ਇਹ ਕਹਿੰਦੇ ਗੁਰੂ ਦਾ ਪੰਥ ਵਰਣਨ ਕੀਤਾ ਸੀ ਕਿ ਗੁਰੂ ਕਿਆਂ ਦੇ ਵਿੱਚੋਂ ਹੋਏ। ਤੇ ਇਸੇ ਤਰ੍ਹਾਂ ਹੁਣ ਇਹ ਭਾਈ ਜਿਹੜਾ ਧਿਆਏ ਹੈ ਇਹ ਇੱਥੇ ਸੰਪੂਰਨ ਹੋ ਗਿਆ। ਐਤ ਸ੍ਰੀ ਗੁਰ ਪੰਥ ਪ੍ਰਕਾਸ਼ ਉੱਤਰਾਰਧ ਗਿਆਨ ਸਿੰਘ ਵਿਰਚਤੇ ਭੇਖੋਂ ਕੀ ਕਥਾ ਪ੍ਰਸੰਗ ਸਮਾਪਤ। ਵਰਣਨ ਨਾਮ 59ਵਾਂ ਵਿਸਰਾਮ। 59ਵਾਂ ਅਧਿਆਏ ਇੱਥੇ ਸੰਪੂਰਨ ਹੁੰਦਾ ਹੈ। ਸਵਈਆ ਛੰਦ। ਹੁਣ ਇਹ 60ਵਾਂ ਅਧਿਆਏ ਹੈ ਤੇ ਇਸ ਗ੍ਰੰਥ ਦਾ ਅਖੀਰਲਾ ਅਧਿਆਏ ਹੈ। ਉੱਤਰਾਰਧ ਭਾਗ ਦਾ 60ਵਾਂ ਬਣ ਗਿਆ, 2 ਭਾਗ ਨੇ ਨਾ, ਤੇ ਇਸ ਗ੍ਰੰਥ ਦਾ ਵੀ ਅਖੀਰਲਾ। ਇਹਦੇ ਵਿੱਚ ਗੁਰਮੁਖੋ ਹੁਣ ਗਿਆਨੀ ਜੀ ਨਿਹੋਰੇ ਦੇਣੇ ਆ। ਇਹ ਗੱਲ ਵੀ ਹੈ ਕਿ ਜਿਵੇਂ ਜ਼ਮਾਨਾ ਕਿਵੇਂ ਅਦਲਾ ਬਦਲੀ ਹੋ ਗਿਆ, ਕੀ ਕੁਛ ਲੋਕ ਕਰਨ ਲੱਗ ਗਏ। ਹੁਣ ਗਿਆਨੀ ਜੀ ਨੇ ਜਿਹੜਾ ਸਮਾਂ ਵੇਖਿਆ ਉਹਨਾਂ ਨੇ ਆਪਦੇ ਬਜ਼ੁਰਗ, ਜਿਵੇਂ ਹੁਣ ਆਪਾਂ ਵੀ ਕਹਿੰਦੇ ਆ ਬੈਠੇ ਹੋਈਏ ਕਿਤੇ ਗੱਲਾਂ ਚੱਲਦੀਆਂ ਤਾਂ ਤੁਸੀਂ ਦੇਖੋ ਕਹਿੰਦੇ ਵੀ ਆਏ ਬਜ਼ੁਰਗਾਂ ਮੌਕੇ ਆਏ ਚੰਗਾ ਸਮਾਂ ਸੀ, ਹੁਣ ਤਾਂ ਬਈ ਮੁੰਡੇ ਆਏ ਹੋ ਗਏ, ਕੁੜੀਆਂ ਆਹ ਹੋ ਗਿਆ, ਆਹ ਹਾਲ ਹੋ ਗਿਆ, ਦੁਨੀਆ ਗੱਲਾਂ ਕਰਦੀ ਹੈ।
ਇਹ ਜਿਹੜੇ ਬੱਚੇ ਨੇ ਹੁਣ ਜਵਾਨ ਜਦੋਂ ਵੀ ਬਜ਼ੁਰਗੀ 'ਚ ਜਾਣਗੇ ਇਹ ਵੀ ਗੱਲਾਂ ਕਿ ਸਾਡੇ ਵਾਲਾ ਚੰਗਾ ਸੀ। ਹੁਣ ਕਹਿਣ ਦਾ ਭਾਵ ਹੈ ਦਿਨੋਂ ਦਿਨ ਜਿਹੜੀਆਂ ਗਿਰਾਵਟਾਂ ਵੀ ਆਈ ਜਾਂਦੀਆਂ। ਉਹ ਉਹਨਾਂ ਸਮਿਆਂ ਵਿੱਚ ਵੀ ਕਿਹੋ ਜਿਹਾ ਕੁਛ ਹੋਇਆ ਉਹ ਹੁਣ ਗਿਆਨੀ ਜੀ ਨੇ ਨਿਹੋਰੇ ਦੇਣੇ ਆ। ਕੀ ਜ਼ਮਾਨੇ ਦੀ ਅਦਲਾ ਬਦਲੀ ਹੋਈ, ਕੈਸਾ ਸਮੇਂ ਦਾ ਸੁਭਾਅ ਹੋ ਗਿਆ, ਪਰਜਾ ਕਿਹੋ ਜਿਹੀ ਹੋ ਗਈ, ਰਾਜਿਆਂ ਦੇ ਤੇ ਗੁਰੂ ਕੇ ਸਿੰਘਾਂ ਦੇ ਵੀ ਲੱਛਣ ਕੀ ਬਣ ਗਏ, ਉਹ ਸਾਰਾ ਕੁਝ ਦੱਸਣਗੇ ਨੇ ਇਹਦੇ 'ਚ। ਇਹ ਵੀ ਬੇਨਤੀ ਹੈ ਵੀ ਵੱਡੇ ਹਿਰਦੇ ਨਾਲ ਹੀ ਸੁਣਨਾ, ਕਿਉਂਕਿ ਗੱਲ ਮੈਂ ਵਿੱਚੋਂ ਕੱਟਣੀ ਕੋਈ ਨਹੀਂ ਹੈ। ਕਈ ਵਾਰ ਸੁਣਨ ਵਾਲਿਆਂ ਦੇ ਮਨ 'ਚ ਹੋਰ ਹੀ ਭਾਵ ਜਿਹਾ ਜਾਂਦਾ। ਪਵਿੱਤਰ ਮਨ ਦੇ ਨਾਲ ਸੁਣਨਾ, ਚਾਹੇ ਕੋਈ ਵੱਡੀ ਉਮਰ ਹੈ, ਬੀਬੀਆਂ, ਭਾਈ ਹੈ, ਬੱਚੇ ਬੱਚੀਆਂ, ਨੌਜਵਾਨ, ਕੋਈ ਵੀ ਸੁਣਦਾ। ਤੋ ਇਸ ਕਰਕੇ ਇੱਕ ਤੇ ਮਹਾਰਾਜ ਦੇ ਬੇਨਤੀ ਕਰਕੇ ਵੀ ਹਿਰਦਾ ਮਹਾਰਾਜ ਪਵਿੱਤਰ ਹੀ ਰੱਖਣ, ਜੋ ਸਾਰੀ ਗੱਲ ਹੀ ਆ ਜਾਣੀ ਹੈ। ਸਵਈਆ ਛੰਦ ਫਿਰ ਕੇ ਭੇਖਨ ਕਹਿ ਕੀ ਕਹਿ ਗਾਥਾ। ਫਿਰਕਿਆਂ ਤੇ ਭੇਖਾਂ ਦੀ ਇੱਥੇ ਤੱਕ ਗਿਆਨੀ ਜੀ ਕਹਿੰਦੇ ਕਥਾ ਕਹਿ ਕੇ ਅਬ ਕਿਛ ਔਰ ਸੁਣੈ ਹੈ ਜੀ। ਹੁਣ ਕਹਿੰਦੇ ਕੁਝ ਹੋਰ ਸੁਣਾਉਂਦੇ ਹਾਂ। ਬਦਲਾ ਸਦਲ ਜਮਾਨੇ ਕੀ ਜਿਉ, ਜਿਵੇਂ ਕਹਿੰਦੇ ਜਮਾਨੇ ਦੀ ਅਦਲਾ ਬਦਲੀ ਹੋ ਗਈ, ਹੋਈ ਤਿਉ ਦਖ ਰਹਿ ਹੈ ਜੀ। ਉਹ ਜਿਵੇਂ ਹੋਈ ਹੈ ਉਸ ਤਰ੍ਹਾਂ ਤੁਹਾਨੂੰ ਦਿਖਾਉਂਦੇ ਹਾਂ। 60 ਬਰਸਨ ਤੈ ਹਮ ਨਿਰਖੀ, ਜੋ ਗਿਆਨੀ ਜੀ ਕਹਿੰਦੇ 60 ਸਾਲਾਂ ਤੋਂ ਅਸੀਂ ਵੇਖੀ ਹੈ। ਔਰ ਸੁਣੀ ਅਦ ਕਹਿ ਹੈ ਜਿਉ, ਹੋਰ ਕਹਿੰਦੇ ਬਾਕੀ ਬਹੁਤ ਸੁਣੀ ਹੈ ਬਜ਼ੁਰਗਾਂ ਕੋਲੋਂ। ਹਾਕਮ ਰਈਅਤ ਸਾਧ ਪੁਜਾਰੀ, ਜਿਵੇਂ ਕਹਿੰਦੇ ਹਾਕਮ ਤੇ ਰਈਅਤ ਪਰਜਾ, ਸਾਧੂ ਕੀ ਪੁਜਾਰੀ ਕੀ। ਸਿੱਖ ਸਰਦਾਰ ਦਜੈ ਹੈ ਜਿਉ, ਤੇ ਜਿਵੇਂ ਸਿੱਖ ਸਰਦਾਰ ਦਜੈ ਹੈ, ਜਿਸ ਤਰ੍ਹਾਂ ਦੇ ਬ੍ਰਾਹਮਣ ਹੋ ਗਏ। ਪਹਿਲੇ ਹੁਤੇ ਜੈਸ ਮਦ ਨਿਰਖੇ, ਜਿਵੇਂ ਕਹਿੰਦੇ ਪਹਿਲਾਂ ਹੁੰਦੇ ਸੀ ਤੇ ਜਿਵੇਂ ਆ ਵਿਚਲੇ ਸਮੇਂ 'ਚ ਵੇਖੇ ਹੈ ਅਬ ਜਿਸ ਪ੍ਰਕਾਰੇ ਕੋ, ਇਹ ਹੁਣ ਜਿਸ ਤਰ੍ਹਾਂ ਦੇ ਹਨ, ਜਿਸ ਪ੍ਰਕਾਰ ਦੇ ਉਹ ਸਾਰੇ। ਸਮੇਂ ਰਾਜ ਬਸ ਦਸਾ ਬਦਲ ਹੈ, ਕਿਵੇਂ ਰਾਜ ਦੇ ਵਸ ਹੋ ਕੇ ਸਮੇਂ ਦੀ ਜਿਹੜੀ ਦਸ਼ਾ ਹੈ ਉਹ ਬਦਲ ਜਾਂਦੀ ਹੈ। ਬੁਰਾ ਮਾਨਿਓ ਪਿਆਰੇ ਕੋ, ਤੇ ਕਈ ਵਾਰੀ ਪਿਆਰੇ ਨੂੰ ਬੁਰਾ ਮੰਨਣ ਲੱਗ ਪੈਂਦੇ ਹੈ। ਤੁਰਕਨ ਕੀ ਜਬ ਥੀ ਪਾਤਸ਼ਾਹੀ, ਜਦੋਂ ਕਹਿੰਦੇ ਤੁਰਕਾਂ ਦੀ ਬਾਦਸ਼ਾਹੀ ਸੀ। ਸਦੀ 8-10 ਮੈਂ ਹੈ ਜੀ, ਜੋ 18ਵੀਂ ਸਦੀ ਦੇ ਵਿੱਚ ਮੰਜੇ ਹੁੱਕੇ ਨੇਤਰੇ ਚੰਮਦਾ। ਮੰਜੇ ਹੁੱਕੇ ਨੇਤਰੇ, ਦੁੱਧ ਰਿੜਕਣ ਵਾਲੀਆਂ ਰੱਸੀਆਂ ਨੂੰ ਨੇਤਰਾ ਕਿਹਾ ਜਾਂਦਾ ਸੀ। ਜਿਹੜਾ ਡੇਟੀਆਂ ਜਿਹੀਆਂ ਹੁੰਦੀਆਂ ਲੱਕੜ ਦੀਆਂ ਨਾ ਬੰਨੀਆਂ, ਤੇ ਤੁਸੀਂ ਦੇਖੇ ਹੀ ਹੈ ਰਿੜਕਦੇ, ਉਹ ਕਹਿੰਦੇ ਚੰਮਦੇ ਹੁੰਦੇ। ਬੱਦਰ ਕਮਰ ਰਖੈ ਹੈ ਜੀ, ਤੇ ਲੱਕਾਂ ਦੇ ਨਾਲ ਚੰਮਦੀਆਂ ਪੇਟੀਆਂ ਬੰਨ ਕੇ ਰੱਖਦੇ ਹੁੰਦੇ ਸੀ। ਕੱਚੇ ਚਮੜੇ ਕੀ ਲੱਜਾ ਥੀ, ਤੇ ਭਾਈ ਕੱਚੇ ਚਮੜੇ ਦੀ ਸ਼ਰਮ ਹੁੰਦੀ ਸੀ। ਜਿਨ ਸਹਿ ਚੜ ਸੇ ਥੇ ਖਿਜਤੇ, ਜਿਨ੍ਹਾਂ ਦੇ ਉੱਤੇ ਚੜ ਸੇ ਵੱਡੇ ਬੋਕੇ ਮਾਰੇ ਉਹ ਚੜਦੇ, ਉਹ ਖਿੱਚਦੇ ਸਨ। ਥੇ ਖਿੱਚਤੇ, ਹਾਂ ਕੱਚੇ ਚਮੜੇ ਕੀ ਲੱਜਾਂ ਸੀ, ਮਾਫ ਕਰਨਾ ਲੱਜ ਹੁੰਦੀ ਸੀ ਪੁਰਾਣੇ ਸਮੇਂ। ਆਪਾਂ ਹੌਲੀ ਹੌਲੀ ਲੱਜਾਂ ਵੱਟਦੇ ਰਹੇ, ਕੱਚੇ ਚਮੜੇ ਦੀਆਂ ਲੱਜਾਂ ਵੱਟਦੇ ਰਹੇ। ਜਿਨ ਸਹਿ ਚੜ ਸੇ ਥੇ ਖਿੱਚਦੇ, ਜਿਹਦੇ ਨਾਲ ਵੱਡੇ ਵੱਡੇ ਬੋਕੇ ਖਿੱਚੇ ਜਾਂਦੇ ਹੁੰਦੇ ਸਨ। ਸੱਕੇ ਤੁਰਕ ਭਰਤ ਥੇ ਪਾਣੀ, ਤੇ ਇਉਂ ਸੱਕਾ ਕਹਿੰਦੇ ਨੇ ਪਾਣੀ ਭਰਨ ਵਾਲਾ ਮਾਸ਼ਕੀ। ਉਹ ਤੁਰਕ ਹੁੰਦੇ ਸੀ ਪਹਿਲਾਂ, ਉਹਨਾਂ ਵਿੱਚ ਫਿਰ ਪਾਣੀ ਭਰਦੇ ਹੁੰਦੇ ਸੀ।
ਸ਼ਹਿਰ ਨਗਰਨ ਕੇ ਵਿੱਚ ਥੇ, ਸ਼ਹਿਰਾਂ ਤੇ ਨਗਰਾਂ ਦੇ ਵਿੱਚ ਇਸ ਤਰ੍ਹਾਂ ਹੁੰਦੇ ਸੀ। ਮੁਸਲਮਾਨੀ ਰਾਜ ਵਿੱਚ ਬਹੁਤ ਕੁਛ ਹੁੰਦਾ ਰਿਹਾ ਐਸਾ। ਪਗੜੀ ਬਾਂਧ ਮੁਸੱਲੇਦਾਰ ਹੈ, ਤੇ ਜਿਹੜੀ ਪੱਗ ਸੀ ਮੁਸੱਲੇਦਾਰ ਬੰਨਦੇ, ਤੁਰਲੇ ਵਾਲੀਆਂ ਸ਼ਮਲੇ ਵਾਲੀਆਂ ਪੱਗਾਂ। ਕੱਟ ਤੰਬੇ ਗਰ ਜਾਮੇ ਥੇ, ਲੱਕ ਦੇ ਚ ਤੰਬਾ ਹੁੰਦਾ ਸੀ, ਚਾਦਰਾ ਵੀ ਤੇ ਤੰਬਾ। ਗੁਰਮੁਖੋ ਪੁਰਾਣੇ ਬਜ਼ੁਰਗ ਕਹਿੰਦੇ ਨੇ ਵਾ ਤੰਬਾ ਖੁੱਲਾ ਪਜਾਮਾ ਹੁੰਦਾ ਸੀ ਜਿਹੜਾ, ਗਲ ਦੇ ਵਿੱਚ ਚੋਲੇ ਹੁੰਦੇ ਸਨ। ਦਾੜੀ ਮੁੱਛ ਸ਼ਰਾ ਤੁਰਕਨ ਸਮ, ਦਾੜੀ ਮੁੱਛਾਂ ਜਿਹੜੀਆਂ ਹੁੰਦੀਆਂ ਸੀ ਉਹ ਤੁਰਕਾਂ ਦੀ ਮਰਜ਼ਾਦਾ ਦੇ ਮੁਤਾਬਕ, ਮੁਸਲਮਾਨਾਂ ਦੀ ਸ਼ਰਾ ਬਰਾਂ ਵਾਂਗੂ। ਰਖਤ ਚੌਧਰੀ ਸਾਮੇ ਥੇ, ਹਿੰਦੂ ਚੌਧਰੀ ਤੇ ਇਹਨਾਂ ਦੇ ਨੌਕਰ ਉਦੋਂ ਇਉਂ ਰੱਖਦੇ ਹੁੰਦੇ ਸੀ। ਜੁੱਤੇ ਚੌਂਕੇ ਕਾ ਪਰਹੇਜ ਨਹਿ, ਤੇ ਜੁੱਤਾ ਤੇ ਚੌਂਕੇ ਦਾ ਪਰਹੇਜ ਨਹੀਂ ਸੀ ਕਰਦੇ। ਥਾ ਕਿਛ ਕਹੂੰ ਬਿਨਾ ਸ਼ਹਿਰ ਹੈ, ਕਹਿੰਦੇ ਕੁਝ ਸ਼ਹਿਰਾਂ ਤੋਂ ਬਿਨਾ, ਭਾਵ ਚੌਂਕੇ ਤੇ ਜੁੱਤਾ ਲੈ ਕੇ ਜਾਣ ਦੀ ਰੋਕ ਨਹੀਂ ਸੀ ਹੁੰਦੀ। ਅੱਗੇ ਇਸ ਤਰ੍ਹਾਂ ਹੁੰਦਾ ਸੀ, ਚੌਂਕੇ 'ਚ ਜੁੱਤਾ ਲੈ ਕੇ ਨਹੀਂ ਸੀ ਜਾਂਦੇ ਹੁੰਦੇ ਆ, ਲੇਕਿਨ ਮੁਸਲਮਾਨਾਂ ਦੇ ਸਮੇਂ ਉਵੇਂ ਲੈ ਜਾਂਦੇ ਸੀ ਉਹਨਾਂ ਦੀਆਂ ਸ਼ਰ੍ਹਾਂ ਮੁਤਾਬਕ, ਕਿਉਂਕਿ ਜਿਹੜੇ ਵੱਡੇ ਚੌਧਰੀ ਸਨ ਨਾ, ਉਹ ਮੁਸਲਮਾਨੀ ਰਾਜ ਦੇ ਵਿੱਚ ਉਹਨਾਂ ਵਰਗੇ ਹੋ ਗਏ ਸੀ। ਜਿਵੇਂ ਆਪਾਂ ਲਖਪਤ ਰਾਏ, ਜਸਪਤ ਰਾਏ ਉਹਨਾਂ ਦੀ ਕਥਾ ਪੜ੍ਹੀ ਹੈ, ਸਿੱਖ ਹਿੰਦੂ ਖੱਤਰੀ, ਪਰ ਆਪਣੇ ਭਰਾਵਾਂ ਦੇ ਦੁਸ਼ਮਣ ਬਣੇ, ਆਪਦੇ ਦੇਸ਼ ਵਾਸੀਆਂ ਦੇ ਜ਼ਕਰੀਏ ਉਹਨਾਂ ਨਾਲ ਮਿਲ ਕੇ ਇਹੋ ਜਿਹੇ ਲੋਕ ਚੌਧਰੀ ਹੋ ਜਾਂਦੇ ਸਨ। ਥਾ ਕਿਛ ਕਹੂੰ ਬਿਨਾ ਸ਼ਹਿਰ, ਕੁਝ ਕੁ ਸ਼ਹਿਰਾਂ ਤੋਂ ਬਿਨਾ, ਕਹਿੰਦੇ ਹੈ ਨਹੀਂ ਸੀ ਇਹ ਜਿਹਾ ਰੋਕ। ਡੰਡ ਜੇ ਜੀਏ ਹਿੰਦਨ ਪਰ ਤਬ, ਇੱਕ ਡੰਡ ਜੇਜੀਆ ਲੱਗਦਾ ਸੀ ਗੈਰ ਮੁਸਲਮਾਨ ਤੇ। ਜਿਹੜਾ ਮੁਸਲਮਾਨ ਤੋਂ ਬਗੈਰ ਹੋਰ ਕੋਈ ਵੀ ਹੁੰਦਾ ਸੀ ਉਹ ਤੇ ਇੱਕ ਟੈਕਸ ਲੱਗਦਾ ਹੁੰਦਾ ਸੀ, ਉਹਨੂੰ ਜੇਜੀਆ ਡੰਡ ਕਹਿੰਦੇ ਸਨ। ਉਹ ਹਿੰਦੂਆਂ ਦੇ ਉੱਤੇ ਉਸ ਸਮੇਂ ਲੱਗਤੇ ਥੇ ਅਤਸ਼ੈ ਕਹਿਰ, ਜੋ ਬਹੁਤ ਦੁਖਦਾਈ ਗੱਲ ਸੀ ਇਹ ਲੱਗਦੇ ਹੁੰਦੇ ਸਨ। ਇਸੀ ਹੇਤ ਤਬ ਪਿੰਡਨ ਮੈਂ ਘਰ, ਇਸੇ ਕਰਕੇ ਉਦੋਂ ਪਿੰਡਾਂ ਦੇ ਵਿੱਚ, ਘਰ ਦੇ ਵਿੱਚ, ਕਿਸੀ ਕਿਸੀ ਕੇ ਬਰਤਨ ਥੇ, ਤੋ ਕਿਸੇ ਕਿਸੇ ਮੁਸਲਮਾਨਾਂ ਨੇ ਐਸਾ ਕਰਤਾ ਹੀ ਚੰਮ ਦੇ ਭਾਂਡਿਆਂ 'ਚ ਖਾਓ, ਚੰਮ ਦੇ ਸਾਰੇ, ਜਿਹੜਾ ਪਾਣੀ ਵੀ ਕੱਢ ਕੇ, ਕਿਉਂਕਿ ਜਿਹੜੇ ਹਿੰਦੂ ਹੁੰਦੇ ਸਨ ਉਹਨਾਂ ਨੂੰ ਜਲੀਲ ਕਰਨ ਵਾਸਤੇ ਇਹ ਗੱਲਾਂ ਸੀ ਕਿ ਖੂਹ 'ਚ ਪਾਣੀ ਵੀ ਕੱਢਣਾ, ਲੱਜ ਵੀ ਬਣਾਉਣੀ ਹੈ, ਕੱਚਾ ਚੰਮ ਲਾ ਕੇ ਬਣਾਉਂਦੇ ਹੁੰਦੇ ਸੀ। ਇਹੋ ਜਿਹਾ ਕਾਰਨ ਕਿ ਤੁਸੀਂ ਸਾਨੂੰ ਕਹਿੰਦੇ ਹੋ ਆਹ ਕੰਮ ਕਰੋ। ਤੇ ਪੁਰਾਣੇ ਸਮਿਆਂ ਵਿੱਚ ਐਸਾ ਵੀ ਹੁੰਦਾ ਸੀ, ਜਦੋਂ ਤੁਰਕਾਂ ਦਾ ਰਾਜ ਸੀ ਨਾ, ਉਹਨਾਂ ਨੇ ਤੇ ਸਗੋਂ ਜਿਹੜੀਆਂ ਰਾਈਫਲਾਂ ਦੀਆਂ ਗੋਲੀਆਂ ਹੁੰਦੀਆਂ ਸੀ ਉਹਦਾ ਇੱਕ ਲੌਕ ਜਿਹਾ ਹੁੰਦਾ ਸੀ, ਉੱਥੇ ਵੀ ਗਊ ਦਾ ਚਮੜਾ ਲਾਉਂਦੇ ਹੁੰਦੇ ਸੀ, ਮਾਸ, ਤੇ ਉਹ ਫਿਰ ਮੂੰਹ ਨਾਲ ਖੋਲਣਾ ਪੈਂਦਾ ਹੁੰਦਾ ਸੀ। ਜਿਹੜੇ ਕਹਿੰਦੇ ਸੀ ਅਸੀਂ ਮਾਸ ਨਹੀਂ ਖਾਂਦੇ, ਫਿਰ ਇਹਨਾਂ ਨੇ ਜਾਣੀ ਇਹ ਇੱਥੇ ਤੱਕ ਜਲੀਲ ਕਰਨ ਵਾਸਤੇ ਨੌਕਰੀ ਤਾਂ ਕਰਦੇ ਹੀ ਸੀ। ਹੁਣ ਜਿਹੜਾ ਕੋਈ ਨੌਕਰੀ ਕਰਦਾ ਸੀ ਨਾ, ਉਹਨੂੰ ਕਹਿੰਦੇ ਸਾਡੇ ਕੋਲੇ ਤੂੰ ਨੌਕਰ ਲੱਗ ਗਿਆ, ਤਾਂ ਉਹਨੂੰ ਜਤਾਉਂਦੇ ਸੀ ਕਿ ਹੁਣ ਜੇ ਤੂੰ ਕਹੇ ਮੈਂ ਕੋਈ ਆਪਦਾ ਧਰਮ ਨਹੀਂ, ਤੂੰ ਸਾਡੇ ਕੋਲੇ ਨੌਕਰ ਲੱਗ ਗਿਆ ਤਾਂ ਲੈ ਤੈਨੂੰ ਅਸੀਂ ਤੁਰਕ ਬਣਾਤਾ। ਉਹ ਫਿਰ ਜਦੋਂ ਲੋਕ ਜਿਹਾ ਮੂੰਹ ਨਾਲ ਖੋਲਦੇ ਸਨ ਨਾ, ਤਾਂ ਕਹਿੰਦੇ ਹੁਣ ਤੂੰ ਕਹਿਣਾ ਮੈਂ ਗਊ ਨੂੰ ਪੂਜਦਾ, ਕਿਆ ਦੇਖ ਲਾ, ਹੁਣ ਵੀ ਤਾਂ ਮੂੰਹ ਲਾਇਆ ਹੀ ਹੈ ਮਾਸ ਨੂੰ। ਇਹੋ ਜਿਹੇ ਜਲੀਲ ਕਰਨ ਵਾਸਤੇ ਹੁੰਦਾ ਸੀ ਸਾਰਾ ਕੁਝ। ਤੋ ਉਸ ਸਮੇਂ ਇਸੀ ਹੇਤ ਤਬ ਪਿੰਡਨ ਮੈਂ, ਕਹਿੰਦੇ ਇਸ ਕਰਕੇ ਉਸ ਸਮੇਂ ਹਜੇ ਪਿੰਡਾਂ ਦੇ ਵਿੱਚ ਘਰ ਕਿਸੀ ਕਿਸੀ ਕੇ ਬਰਤਨ ਥੇ, ਕਿਸੇ ਕਿਸੇ ਦੇ ਕਹਿੰਦੇ ਘਰ ਹੋਰ ਭਾਂਡੇ ਸਨ। ਨਹੀਂ ਤੋ ਸਭ ਕੇ ਮਿੱਟੀ ਕੇਰੇ,
ਨਹੀਂ ਤਾਂ ਆਮ ਗਿਆਨੀ ਜੀ ਕਹਿੰਦੇ ਸਾਰਿਆਂ ਦੇ ਮਿੱਟੀ ਦੇ ਹੁੰਦੇ ਸੀ। ਤਵਿਆ ਲਓ ਭੀ ਸਰਤਨ ਥੇ, ਇੱਥੋਂ ਤੱਕ ਕਿ ਤਵਿਆਂ ਦਾ ਵੀ ਕੰਮ ਸਾਰਦੇ ਹੁੰਦੇ ਸਨ। ਸੱਚ ਝੂਠ ਪਰਹੇਜ ਹੁਤੋ ਕੰਮ, ਤੋ ਸੱਚ ਝੂਠ ਪਰਹੇਜ ਘੱਟ ਹੁੰਦਾ ਸੀ। ਛੂਆ ਛਾਈ ਨਾ ਮੰਨੈ, ਕੋਈ ਛੂਆ ਛਾਤ ਨਹੀਂ ਸੀ ਮੰਨਦਾ। ਘੱਗਰੀ ਚੋਲੀ ਛਾਇਲ ਪਹਿਰਨ, ਜਿਹੜਾ ਹੁਣ ਮੁਸਲਮਾਨੀ ਬਾਣਾ ਸੀ ਘੱਗਰਾ ਚੋਲਾ ਇਹੋ ਜਿਹਾ ਕਹਿੰਦੇ ਪਹਿਨਦੇ। ਹਿੰਦੂ ਔਰਤਾਂ ਠਾਨੈ, ਜੋ ਹਿੰਦੂ ਔਰਤਾਂ ਸਨ। ਚੱਕ ਮੂੰਗਲੀ ਡੰਡੀ ਬੁਜਲੀ, ਇਸ ਤਰ੍ਹਾਂ ਦੇ ਹੁੰਦੇ ਚੱਕ ਮੂੰਗਲੀਆਂ ਡੰਡੀ ਬੁਜਲੀ। ਕਾਨ ਫੂਲ ਹੱਸ ਬਾਲੀ, ਇਹ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਨਾਲ ਗਹਿਣੇ ਹੀ ਨੇ। ਇਹ ਸਾਰੇ ਕਾਨ ਫੂਲ, ਕੰਨਾਂ ਦੇ ਫੁੱਲ, ਹੱਸ ਬਾਲੀਆਂ, ਇਹੋ ਗਹਿਣੇ ਹੁਤੇ ਵੱਡੇ ਤਵ, ਇਹ ਗਹਿਣੇ ਵੀ ਵੱਡੇ ਹੁੰਦੇ ਸਨ। ਨਾਰਨ ਕੇਰ ਵਿਸਾਲੀ, ਜੋ ਇਸਤਰੀਆਂ ਦੇ ਕੋਲੇ ਭਾਈ ਵੱਡੇ। ਝੂਠ ਸੁੱਚ ਪਰਹੇਜ ਨਾ ਕੋਈ, ਇਸ ਤਰ੍ਹਾਂ ਝੂਠ ਸੁੱਚ ਦਾ ਕੋਈ ਪਰਹੇਜ ਨਹੀਂ ਸੀ। ਹੁਤੋ ਹਿੰਦ ਮਦ ਸਗਰੀ ਜੇ, ਜੋ ਸਾਰੀ ਹਿੰਦੂ ਕੌਮ ਵਿੱਚ ਜਾਂ ਸਾਰੇ ਹਿੰਦੁਸਤਾਨ ਵਿੱਚ। ਜੇਵਰ ਕਿਸੀ ਨਾਰ ਕੇ ਹੋਤੇ, ਗਹਿਣੇ ਤਾਂ ਕਹਿੰਦੇ ਕਿਸੇ ਕਿਸੇ ਇਸਤਰੀ ਕੋਲੇ ਹੁੰਦੇ ਸਨ। ਕੱਪੜਾ ਚੋਲੀ ਘੱਗਰੀ ਜੇ, ਨਹੀਂ ਤਾਂ ਸਭ ਦੇ ਕੱਪੜੇ ਦੀਆਂ ਘੱਗਰੀਆਂ ਤੇ ਚੋਲੀਆਂ ਸਨ। ਸਿਰ ਪਟਕਾ ਕੱਟ ਥਟੈ ਤੜਾਗੀ, ਸਿਰ ਦੇ ਉੱਤੇ ਜਿਹੜੇ ਆਦਮੀ ਸਨ ਉਹ ਸਾਰੇ ਸਿਰ ਦੇ ਉੱਤੇ ਛੋਟਾ ਜਿਹਾ ਕੱਪੜਾ ਤੇ ਲੱਕ ਵਿੱਚ, ਫਿਰ ਭਾਈ ਥਟੈ ਤੜਾਗੀ, ਤੜਾਗੀ ਵਾਂਗੂ ਬੰਨ੍ਹਦੇ, ਗੋਛਾ ਪਰਨਾ ਬੰਨ੍ਹਦੇ ਸਨ। ਗੋਛਾ ਨਰ ਸਭ ਰੱਖਤੇ ਥੇ, ਇਉਂ ਗੋਛਾ ਪਰਨਾ ਸਾਰੇ ਰੱਖਦੇ ਹੁੰਦੇ ਸਨ। ਯਦੀ ਸਖੀਮੀ ਹੁਤੀ ਹਿੰਦੂ ਹੈ, ਭਾਵੇਂ ਕਿ ਹਿੰਦੂਆਂ ਦੇ ਘਰਾਂ ਵਿੱਚ ਗਰੀਬੀ ਹੁੰਦੀ ਸੀ। ਪੈ ਦੁੱਧ ਘੀ ਬਹੁ ਚਖਤੇ ਥੇ, ਪਰ ਜਿਹੜੇ ਪਿੰਡਾਂ ਵਿੱਚ ਸਨ ਨਾ ਉਹ ਕਹਿੰਦੇ ਦੁੱਧ ਘਿਓ ਬਹੁਤ ਛਕਦੇ ਸੀ। ਗਊ ਭੈਂਸ ਰੱਖਤੇ ਅਧਿਕਾਈ, ਬਹੁਤ ਗਊਆਂ ਮੱਝਾਂ ਰੱਖਦੇ ਸਨ। ਜੰਗਲ ਹੁਤੇ ਵਧੇਰੇ ਜੀ, ਤੇ ਜੰਗਲ ਬਹੁਤ ਹੁੰਦੇ ਸੀ। ਬੈਲ ਗਾਏ ਮਹਿ ਚੁਣਵੇਂ ਮਿਲਤੇ, ਬੈਲ ਗਾਂ ਮੱਝ ਚੁਣਵੇਂ ਮਿਲਦੇ ਹੁੰਦੇ ਸੀ। 20 ਰੁਪਈਏ ਕੇਰੇ ਜੀ, ਜੋ 20 ਰੁਪਈਆਂ ਦੇ ਉਸ ਸਮੇਂ। ਰੀਤ ਹਿੰਦੂਆਂ ਕੀ ਇਹੋ ਭਾਖੀ, ਇਹ ਕਹਿੰਦੇ ਕੁਝ ਰੀਤਾਂ ਸੀ ਜਿਹੜੀਆਂ ਹਿੰਦੂ ਪਰਿਵਾਰਾਂ ਦੀਆਂ ਸੀ, ਉਹ ਗਿਆਨੀ ਜੀ ਕਹਿੰਦੇ ਕਈਆਂ। ਨਹਿ ਤੁਰਕਨ ਕੀ ਬਾतें ਜੀ, ਤੁਰਕਾਂ ਦੀਆਂ ਤਾਂ ਕੋਈ ਗੱਲਾਂ ਹੀ ਨਹੀਂ ਕਹੀਆਂ ਜਾ ਸਕਦੀਆਂ, ਕਹਿੰਦੇ ਇੰਨੀਆਂ ਸੀ। ਮਨ ਭਾਵਤ ਹਿੰਦਨ ਪੈ ਮੁਸਲੇ, ਤੇ ਹਿੰਦੂਆਂ ਦੇ ਉੱਤੇ ਮੁਸਲਮਾਨ ਮਨ ਭਾਉਂਦੇ। ਜ਼ਾਲਮ ਜ਼ੁਲਮ ਕਮਾਤੇ ਜੀ, ਇਹ ਜ਼ਾਲਮ ਜ਼ੁਲਮ ਕਮਾਉਂਦੇ ਹੁੰਦੇ ਸਨ। ਫਿਰ ਜਬ ਸ਼ਾਹੀ ਬੀਚ ਤਨੰਜਲ, ਫਿਰ ਕਹਿੰਦੇ ਸਮਾਂ ਹੋਇਆ ਤੇ ਇਹਨਾਂ ਦੀ ਬਾਦਸ਼ਾਹੀ ਦੇ ਵਿੱਚ ਤਲੰਜਲ, ਬਾਦਸ਼ਾਹੀ ਦੇ ਵਿੱਚ ਗਰਾਵਟ ਆਈ। ਆਇਓ ਤਬ ਕੀ ਸੁਨੋ ਸਭੈ, ਜਦੋਂ ਗਰਾਵਟ ਆਈ ਫਿਰ ਉਦੋਂ ਦਾ ਹਾਲ ਕੀ ਹੋਇਆ ਉਹ ਸਾਰੇ ਸੁਣ ਲਓ। ਬੜੇ ਲੁਟੇਰੇ ਲੋਕ ਬਹਾਦਰ, ਉਦੋਂ ਫਿਰ ਲੁਟੇਰੇ ਲੋਕ ਬੜੇ ਬਹਾਦਰ ਵੱਧ ਗਏ। ਲੂਟ ਮਾਰ ਅਤ ਰਹਿ ਅਤੀ ਤਵੈ, ਤੇ ਫਿਰ ਬਹੁਤ ਜ਼ਿਆਦੇ ਲੁੱਟ ਮਾਰ ਰਹਿੰਦੀ ਸੀ। 40 ਸਾਲ ਰਹਿਓ ਦੁਰਹਾਲੈ, ਇਹ ਬੁਰਾ ਹਾਲ 40 ਸਾਲ ਰਿਹਾ ਗਿਆਨੀ ਜੀ ਕਹਿੰਦੇ। ਕਹਿਰ ਕਰਾਲ ਮਹਾਈ ਜੇ, ਜੋ ਬਹੁਤ ਭਿਆਨਕ ਦੁਖਦਾਈ ਬੁਰਾ ਹਾਲ ਇੰਨਾ ਸਮਾਂ ਰਿਹਾ। ਹਾਲ ਚਾਲ ਬਸਨੋ ਉਜੜਨੋ,
ਇਉਂ ਕਦੇ ਕਿਤੇ ਬਸ ਗਏ, ਕਦੇ ਉਜੜ ਗਈ ਦੁਨੀਆ। ਇਹੋ ਜੇ ਹਲ ਚੱਲ ਰਹੀ। ਗਦਰੈ ਜਦਰ ਲੜਾਈ ਜੇ, ਬਗਾਵਤਾਂ ਵਿਦਰੋਹ ਜੰਗ ਇਹ ਵੱਧ ਗਏ। ਕभी ਮਾਮਲਾ ਬਰਸਨ ਲੋ ਕਿਤ, ਕਦੇ ਤੇ ਜਿਹੜਾ ਮਾਮਲਾ ਸੀ ਟੈਕਸ ਸੀ ਕਈ ਵਰਿਆਂ ਤੱਕ। ਪਰਜਾ ਕਿਸੇ ਨਾ ਦੈ ਹੈ ਥੀ, ਪਰਜਾ ਕਿਸੇ ਨੂੰ ਦਿੰਦੀ ਹੋਈ ਨਹੀਂ ਸੀ, ਕਿਉਂਕਿ ਗਦਰ ਮੱਚ ਜਾਣਾ ਰਾਜਿਆਂ ਨੂੰ, ਆਪ ਦੀ ਲੜਾਈ ਦਾ ਹੋ ਜਾਣਾ, ਪਰਜਾ ਨੇ ਆਪ ਦਾ ਟੈਕਸ ਮੌਜ ਕਰਨੀ। ਕभी ਕੋ ਏਕ ਸਾਲ ਮੈਂ ਕਿਤ ਕਿਤ, ਕਦੇ ਐਸਾ ਸਮਾਂ ਆਉਂਦਾ ਇੱਕੋ ਹੀ ਸਾਲ ਵਿੱਚ ਕਿੰਨੀ ਕਿੰਨੀ ਕਿਤੇ ਕਿਤੇ। ਤ੍ਰੈ ਤ੍ਰੈ ਰਾਜੇ ਲੈ ਹੈ ਥੀ, ਤਿੰਨ ਤਿੰਨ ਰਾਜੇ ਸਾਲ ਵਿੱਚ ਮਾਮਲਾ ਲੈ ਲੈਂਦੇ ਸੀ। ਲੂਟ ਖਸੂਟ ਜ਼ੁਲਮ ਜਬਰੀ ਕਰ, ਇਉਂ ਲੁੱਟ ਖਸੁੱਟ ਖੋਹ ਧੱਕਾ ਕਰ ਜ਼ੁਲਮ ਜਬਰ ਕਰਕੇ। ਪਰਜਾ ਕੋ ਉਜੜੈ ਹੈ ਥੀ, ਪਰਜਾ ਨੂੰ ਉਜਾੜ ਰਹੇ ਸੀ। ਕਬਹੂ ਸਿੰਘ ਕਭੀ ਫਿਰ ਗਿਲ ਜੇ, ਕਦੇ ਸਿੰਘ ਤੇ ਕਦੇ ਗਿਲ ਜੇ ਪਠਾਨ। ਮਾਲਕ ਮੁਲਕ ਭਵੈ ਹੈ ਥੀ, ਇਹ ਭਾਈ ਮੁਲਕ ਦੇ ਮਾਲਕ ਬਣ ਜਾਂਦੇ ਸੀ, ਕਦੇ ਸਿੰਘਾਂ ਨੇ ਬਣ ਜਾਣਾ ਤੇ ਕਦੇ ਗਿਲਜਿਆਂ ਦਾ ਰਾਜ ਹੋ ਜਾਣਾ। ਚਿੜੀਆਂ ਮਰਨ ਗਵਾਰਨ ਹਾਸਾ, ਕਹਿੰਦੇ ਹਾਲ ਇਹ ਹੋ ਜਾਂਦਾ ਸੀ ਜਿਵੇਂ ਆਮ ਇੱਕ ਕਹਾਵਤ ਹੈ ਕਿ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ। ਪਰਜਾ ਰੂਪੀ ਚਿੜੀਆਂ ਦਾ ਮਰਨਾ ਤੇ ਗਵਾਰਨ ਕਹੀਏ ਜਿਹੜੇ ਬੇਸਮਝ ਜ਼ਾਲਮ ਸੀ ਉਹ ਹਾਸਾ ਕਰਦੇ ਸੀ। ਝੋਟੇ ਭਿੜਨ ਮਲਿਆਂ ਕਾ ਖੋ, ਜਿਵੇਂ ਕਹਿੰਦੇ ਝੋਟੇ ਭਿੜਦੇ ਆ ਤੇ ਪਰਜਾ ਰੂਪੀ ਮਲਿਆਂ ਦਾ ਨਾਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਰਾਜਿਆਂ ਦੇ ਭੇੜ ਵਿੱਚ ਪਰਜਾ ਦਾ ਨਾਸ਼ ਹੋ ਰਿਹਾ ਸੀ। ਤਿਉਂ ਪਰਜਾ ਕੋ ਰਹਿਤ ਖੁਆਰੀ, ਉਹ ਇਸ ਤਰ੍ਹਾਂ ਪਰਜਾ ਨੂੰ ਖੁਆਰੀ ਰਹੀ। ਇਸੀ ਗ੍ਰੰਥ ਤੈ ਸਭ ਲਾਖੂ, ਜਿਹੜੀ ਕਿ ਕਹਿੰਦੇ ਅਸੀਂ ਭਾਈ ਇਸੇ ਗ੍ਰੰਥ ਵਿੱਚ ਸਾਰਾ ਇਤਿਹਾਸ ਤੇ ਤੁਹਾਨੂੰ ਦੱਸ ਦਿੱਤਾ ਹੈ। 1820 ਬਾਅਦ ਫਿਰ 1820 ਬਿਕਰਮੀ ਤੋਂ ਬਾਅਦ ਰਾਜ ਸਿੰਘਨ ਜਬ ਜੰਮਿਓ ਥਾ, ਜਦੋਂ ਫਿਰ ਸਿੰਘਾਂ ਦਾ ਰਾਜ ਜੰਮ ਗਿਆ, ਪੱਕਾ ਹੋਇਆ। ਕਹਿਰ ਜ਼ਹਿਰ ਲੁੱਟ ਮਾਰ ਤਵੈ ਕਿਛ, ਫਿਰ ਜਿਹੜੀ ਦੁੱਖ ਦਾ ਹੀ ਜ਼ੁਲਮ ਲੁੱਟ ਮਾਰ ਸੀ ਨਾ ਉਹ ਕੁਝ। ਸਿੰਧ ਲਹਿਰ ਜਿਉਂ ਥੰਮਿਓ ਥਾ, ਜਿਵੇਂ ਸਮੁੰਦਰ ਦੀ ਲਹਿਰ ਪਿੱਛੇ ਮੁੜਦੀ ਹੈ, ਇਉਂ ਕਹਿੰਦੇ ਸਿੰਘਾਂ ਦੇ ਰਾਜ ਵਿੱਚ ਇਹ ਕਹਿਰ ਲੁੱਟ ਮਾਰਾਂ ਜਿਹੜੀਆਂ ਨੇ ਥੰਮ ਗਈਆਂ ਸਨ। ਅਮਨ ਸੂਖ ਵੱਢ ਦਏ ਹਿੰਦ ਕੋ, ਤੇ ਸਿੰਘਾਂ ਨੇ ਬਹੁਤ ਅਮਨ ਸੁੱਖ ਜਿਹੜੇ ਹੈ ਉਹ ਹਿੰਦੁਸਤਾਨ ਦੇ ਲੋਕਾਂ ਨੂੰ ਦਿੱਤੇ। ਚੰਗਾ ਭਾਈ ਐਸਾ ਸਮਾਂ ਆਇਆ। ਦੁੱਖ ਭੀ ਤੁਰਕੈ ਨਹਿ ਦੀਏ, ਸਗੋਂ ਜਿਹੜੇ ਆਮ ਤੁਰਕ ਸਨ ਨਾ, ਗਿਆਨੀ ਜੀ ਕਹਿੰਦੇ ਉਹਨਾਂ ਨੂੰ ਵੀ ਦੁੱਖ ਨਹੀਂ ਦਿੱਤਾ, ਕਿਉਂਕਿ ਸਮੇਂ ਦੀ ਗੱਲ ਹੈ। ਇਉਂ ਨਹੀਂ ਕਿ ਸਿੰਘਾਂ ਦਾ ਰਾਜ ਆ ਗਿਆ, ਸਿੰਘ ਲੜਦੇ ਸੀ ਜ਼ੁਲਮ ਕਰਨ ਵਾਲਿਆਂ ਨਾਲ। ਆਮ ਜਿਹੜੇ ਕੋਈ ਸਿਆਣੇ ਤੁਰਕ ਮੁਸਲਮਾਨ ਸੀ ਉਹਨਾਂ ਨੂੰ ਦੁੱਖ ਨਹੀਂ ਦਿੱਤਾ। ਢਾਹੇ ਮਸੀਤੇ ਰਚੇ ਨਾ ਗੁਰ ਥਲ, ਤੁਸੀਂ ਦੇਖੋ ਕਿ ਮੁਸਲਮਾਨਾਂ ਦੇ ਰਾਜ ਵਿੱਚ ਇਹ ਹੁੰਦਾ ਸੀ, ਇਹਨਾਂ ਨੇ ਜੋ ਮੰਦਿਰ ਦੇਖਣਾ ਉਹ ਢਾਹ ਦੇਣਾ। ਗੁਰੂ ਘਰ ਵੀ ਕਿੰਨੇ ਢਾਹੇ ਤੇ ਜਿੱਥੇ ਮਸੀਤਾਂ ਬਣਾਈਆਂ। ਅੱਜ ਆਪਾਂ ਦਿੱਲੀ 'ਚ ਦੇਖਦੇ ਹਾਂ ਸੀਸਗੰਜ ਸਾਹਿਬ ਤੇ ਗੁਰਮੁਖੋ, ਇੱਥੇ ਵੀ ਮਸੀਤ ਸੀ। ਇਹ ਤਾਂ ਫਿਰ ਸਰਦਾਰ ਬਘੇਲ ਸਿੰਘ ਉਹਨਾਂ ਨੇ ਬਣਾਇਆ। ਉਸੇ ਤਰ੍ਹਾਂ ਹੀ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੰਸਕਾਰ ਕੀਤਾ ਉਸ ਸਥਾਨ ਤੇ ਵੀ ਮਸੀਤ ਬਣਾ ਲਈ ਸੀ। ਪਰ ਜਦੋਂ ਸਿੰਘਾਂ ਦਾ ਰਾਜ ਆਇਆ, ਤੁਸੀਂ ਕਿਤੇ ਵੀ ਇੱਕ ਵੀ ਐਸਾ ਨਹੀਂ ਦਿਖਾ ਸਕਦੇ ਕਿ ਸਿੰਘਾਂ ਨੇ ਮਸੀਤ ਢਾਹ ਕੇ ਗੁਰਦੁਆਰਾ ਬਣਾਇਆ ਹੋਵੇ। ਇਸ ਤਰ੍ਹਾਂ ਨਹੀਂ ਹੋਇਆ। ਢਾਹੇ ਮਸੀਤੈ ਰਚੇ ਨਾ ਗੁਰ ਥਲ, ਸਿੰਘਾਂ ਨੇ ਕੋਈ ਮਸੀਤਾਂ ਢਾਹ ਕੇ ਗੁਰਦੁਆਰੇ ਨਹੀਂ ਬਣਾਏ। ਜਿਉਂ ਤੁਰਕੋਂ ਨੇ ਥੇ ਕੀਏ, ਜਿਵੇਂ ਕਿ ਤੁਰਕਾਂ ਨੇ ਕੀਤਾ ਸੀ।
ਹੁਤੇ ਦਿਆਲੂ ਸਿੰਘ ਵਿਸਾਲੂ। ਸਿੰਘ ਜਿਹੜੇ ਸਨ ਇਹ ਬਹੁਤ ਦਿਆਲੂ ਹੁੰਦੇ ਸੀ। ਬੈਰ ਨਾ ਪਿਛਲੇ ਚੇਤਾਰੇ। ਇਹੋ ਜੇ ਫਿਰ ਪਿਛਲੇ ਬੈਰ ਨੂੰ ਸਿੰਘਾਂ ਨੇ ਚੇਤੇ ਨਹੀਂ ਕੀਤਾ। ਭੈ ਜਮਨਾ ਤੈ ਅਟਕ ਪ੍ਰਿਅੰਤ। ਤੇ ਇਉਂ ਜਮਨਾ ਤੋਂ ਲੈ ਕੇ ਅਟਕ ਤੱਕ ਸਾਰੇ ਥਏ ਸਿੰਘ ਨ੍ਰਿਪ ਤਬ ਸਾਰੇ। ਫਿਰ ਭਾਈ ਸਾਰੀਆਂ ਜਗ੍ਹਾ ਤੇ ਸਿੰਘ ਰਾਜੇ ਬਣ ਗਏ। ਹੰਨੇ ਹੰਨੇ ਹੋਏ ਪਾਤਸ਼ਾਹੀ। ਹੰਨੇ ਹੰਨੇ ਥਾਂ ਥਾਂ ਤੇ ਹਰ ਘੋੜੇ ਦੀ ਕਾਠੀ ਤੇ ਬੈਠਾ ਸਿੰਘ ਪਾਤਸ਼ਾਹ ਬਣ ਗਿਆ। ਸਿੰਘਨ ਕੀ ਜਗ ਮਾਹੈ ਜੀ। ਇਉਂ ਜਗਤ ਵਿੱਚ ਸਿੰਘਾਂ ਦੀ ਹੰਨੇ ਹੰਨੇ ਪਾਤਸ਼ਾਹੀ ਹੋਈ। ਬਾਂਛਤ ਥੇ ਸਭ ਇਹੋ ਮਨੋਰਥ। ਸਾਰੇ ਭਾਈ ਇਹੀ ਆਪਣਾ ਮਨ ਦਾ ਮਨੋਰਥ ਚਾਹੁੰਦੇ ਸੀ। ਪੂਰਨ ਕੀਏ ਗੁਰ ਵਾਹੈ ਜੀ। ਗੁਰੂ ਨੇ ਫਿਰ ਉਹੀ ਮਨੋਰਥ ਆਪਣੇ ਸਿੰਘਾਂ ਦਾ ਪੂਰਾ ਕਰ ਦਿੱਤਾ। ਏਕ ਗਾਮ ਜਾਂ ਆਧੇ ਕੇਰੀ। ਕੋਈ ਇੱਕ ਪਿੰਡ ਦੀ ਜਾਂ ਕਿਸੇ ਨੇ ਅੱਧੇ ਪਿੰਡ ਦੀ। ਪਾਈ ਜਿਸ ਸਰਦਾਰੀ ਹੈ। ਇਉਂ ਸਿੰਘਾਂ ਨੇ ਸਰਦਾਰੀਆਂ ਪਾ ਲਈਆਂ ਸੀ। ਕਰੀ ਹਕੂਮਤ ਤਾਹੇ ਸੁਤੰਤਰ। ਆਜ਼ਾਦ ਆਪਣੀ ਹਕੂਮਤ ਕੀਤੀ ਸਿੰਘਾਂ। ਦੀਵਾਨੀ ਫੌਜਦਾਰੀ ਹੈ। ਦੀਵਾਨੀ ਤੇ ਫੌਜਦਾਰੀ ਮੁਕੱਦਮਿਆਂ ਦੇ ਵਿੱਚ ਵੀ। ਨਿਜ ਨਿਜ ਪਿੰਡ ਜਗੀਰਨ ਮੈਂ ਤਬ। ਆਪੋ ਆਪਣੇ ਪਿੰਡਾਂ ਦੀ ਜਗੀਰਾਂ ਦੇ ਵਿੱਚ ਉਸ ਸਮੇਂ ਸਭ ਕੋ ਐਨ ਅਖਤਿਆਰ ਹੈ ਥੇ। ਸਭ ਨੂੰ ਭਾਈ ਪੂਰਾ ਅਖਤਿਆਰ ਹੁੰਦਾ ਸੀ। ਲੂਟੈ ਮਾਰੈ ਫਾਂਸੀ ਚਾਰੈ। ਵੀ ਚਾਹੇ ਜਿਹਨੂੰ ਮਰਜੀ ਤੁਸੀਂ ਕੋਈ ਲੁੱਟ ਮਾਰ ਕਰਨ ਵਾਲਾ ਉਹਨੂੰ ਫਾਂਸੀ ਚਾੜ ਦਿੰਦੇ ਸੀ। ਚੱਟੀ ਲਹਿ ਉਜਾਰੈ ਥੇ। ਤੇ ਉਜਾੜਨ ਵਾਲਿਆਂ ਤੋਂ ਡੰਡ ਲੈਂਦੇ ਹੁੰਦੇ ਸੀ। ਨਹਿ ਫਰਿਆਦ ਅਪੀਲ ਏਕ ਕੀ। ਕਿ ਉਸ ਸਮੇਂ ਵੀ ਭਾਵੇਂ ਕਿ ਕਿਸੇ ਨੂੰ ਵੀ ਇੰਨਾ ਅਖਤਿਆਰ ਸੀ ਵੀ ਜਿਹਨੂੰ ਮਰਜੀ ਲੁੱਟੋ, ਜਿਹਨੂੰ ਮਰਜੀ ਫਾਂਸੀ ਚਾੜ ਦੋ, ਜੀ ਤੋਂ ਮਰਜੀ ਤੁਸੀਂ ਜਿਹਨੂੰ ਮਰਜੀ ਉਜਾੜ ਦੋ, ਜੀ ਤੋਂ ਮਰਜੀ ਚੱਟੀ ਲੈ ਲਓ। ਲੂਟੈ ਮਾਰੈ ਫਾਂਸੀ ਚਾਰੈ ਚੱਟੀ ਲਹਿ ਉਜਾਰੈ ਥੇ। ਨਹਿ ਫਰਿਆਦ ਅਪੀਲ ਏਕ ਕੀ। ਇੰਨਾ ਭਾਵ ਅਖਤਿਆਰ ਸੀ ਕਿ ਕਿਸੇ ਦੀ ਅਪੀਲ ਕਿਸੇ ਦੀ ਫਰਿਆਦ ਸੁਣ ਤੋਂ ਦੂਸਰ ਕੋਈ ਜੀ। ਕੋਈ ਵੀ ਦੂਜਾ ਸੁਣਦਾ ਨਹੀਂ ਸੀ। ਪੈ ਸਿੰਘ ਫਾਂਸੀ ਕੈਦ ਨਾ ਦਿੱਤੇ। ਪਰ ਸਿੰਘਾਂ ਕੋਲੇ ਅਖਤਿਆਰ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਸਿੰਘ ਫਾਂਸੀ ਦੀ ਕੈਦ ਨਹੀਂ ਸੀ ਦਿੰਦੇ। ਲੇਤੇ ਚੱਟੀ ਸੋਈ ਜੀ। ਤੇ ਉਹਨਾਂ ਕੁ ਜਿੰਨਾ ਚੱਟੀ ਭਾਵ ਟੈਕਸ ਹੈ ਉਹ ਜੋ ਜ਼ਰੂਰਤ ਸੀ ਉਹਨਾਂ ਲੈਂਦੇ ਹੁੰਦੇ ਸਨ। ਲੂਟਨ ਮਾਰਨ ਕਤਲ ਉਜਾਰਨ। ਇਉਂ ਇਸ ਤਰ੍ਹਾਂ ਲੁੱਟਣ ਮਾਰਨ ਕਤਲ ਉਜਾਰਨ ਦਾ ਲਓ ਰੱਖ ਤੇ ਇਖਤਿਆਰੇ। ਇੱਥੋਂ ਤੱਕ ਦਾ ਭਾਵੇਂ ਅਖਤਿਆਰ ਰੱਖਦੇ ਸੀ। ਕਉ ਅਪੀਲ ਨਾ ਸੁਣ ਤੋ ਕਾਹੂ। ਕੋਈ ਕਿਸੇ ਦੀ ਅਪੀਲ ਨਹੀਂ ਸੀ ਸੁਣਦਾ। ਹੁਕਮ ਨਾ ਕਉ ਵਿਗਾਰੇ। ਕੋਈ ਸਿੰਘਾਂ ਦਾ ਹੁਕਮ ਨਹੀਂ ਸੀ ਵਿਗਾੜ ਸਕਦਾ। ਇਹੋ ਜਿਹੇ ਅਖਤਿਆਰ ਖਾਲਸੇ ਦੇ ਕੋਲੇ ਆਏ। ਤੇ ਫਿਰ ਉਹ ਸਮਾਂ ਕੈਸਾ ਆਇਆ ਵੀ ਖਾਲਸੇ ਨੇ ਰਾਜ ਕੀਤਾ। ਤੇ ਫਿਰ ਗਿਆਨੀ ਜੀ ਕਹਿੰਦੇ ਹਾਲਾਤ ਹੁਣ ਦੇ ਕੀ ਆ। ਉਹ ਕਿਉਂਕਿ ਇਹਦੇ ਆਏ ਇਹ ਵੀ ਲਮੇਰਾ ਹੈ ਕਈ ਦਿਨਾਂ ਦੀ, 2-3-4 ਦਿਨ ਦੀ ਇਹਦੀ ਵੀ ਲਗਭਗ ਕਥਾ ਹੋਵੇਗੀ। ਤੋ ਆਪਾਂ ਅੱਗੇ ਜਿਉਂ ਪੜ੍ਹ ਸੁਣ ਲਵਾਂਗੇ। ਬੜੇ ਗਿਆਨ ਦੀਆਂ ਗੱਲਾਂ ਗਿਆਨੀ ਜੀ ਨੇ ਇਹਦੇ ਵਿੱਚ ਦੱਸੀਆਂ ਨੇ ਕਿਉਂਕਿ ਸਮਾਪਤੀ ਦਾ ਇਹਦੇ ਵਿੱਚ ਫਿਰ ਸਾਰੇ ਹਾਲਾਤਾਂ ਦੀ ਗੱਲ ਕਰਕੇ ਫਿਰ ਕਵੀਆਂ ਦੀ ਵੀ ਕੁਝ ਗੱਲ ਕਰਨਗੇ ਆਪਣੇ ਬਾਰੇ ਵੀ। ਤੋ ਆਓ ਹੁਣ ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।